हाँ जी, सब तो पहला ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਹਾਨੂੰ ਪਤਾ ਹੀ ਹੈ, ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਜਿਹੜੀ ਇੰਗਲਿਸ਼ ਗ੍ਰਾਮਰ, ਠੀਕ ਹੈ, ਫੰਡਾਮੈਂਟਲ ਇੰਗਲਿਸ਼ ਦੇ ਵਿੱਚ ਕੀ ਕੁਝ ਹੁੰਦਾ ਉਹਦੇ ਬਾਰੇ ਆਪਾਂ ਕੁਝ, ਠੀਕ ਹੈ ਜੀ, ਡਿਸਕਸ ਕਰਾਂਗੇ ਜੀ। ਤਾਂ ਪਹਿਲਾਂ ਤੁਹਾਡਾ ਜੀ ਪਾਰਟਸ ਆਫ ਸਪੀਚ, ਠੀਕ ਹੈ ਜੀ, ਤੁਹਾਨੂੰ ਪਤਾ ਹੀ 8 ਤਰ੍ਹਾਂ ਦੇ ਹੁੰਦੇ ਨੇ ਤੁਹਾਡੇ ਪਾਰਟਸ ਆਫ ਸਪੀਚ, ਠੀਕ ਹੈ। ਤੇ ਇਹਦੇ ਵਿੱਚ ਕੀ ਹੈ ਜੀ, ਇੱਕ ਸਾਈਡ ਤੁਹਾਨੂੰ ਦਿਖ ਰਿਹਾ ਹੋਊਗਾ ਪਾਰਟਸ ਆਫ ਸਪੀਚ ਦਾ ਨਾਮ, ਉਸ ਤੋਂ ਬਾਅਦ ਡੈਫੀਨੇਸ਼ਨ ਕੀ ਹੈ ਉਹਦਾ, ਉਸਦੇ ਐਗਜ਼ਾਮਪਲਸ ਕੀ ਨੇ, ਠੀਕ ਹੈ, ਤੇ ਉਸਦਾ ਸੈਂਟੈਂਸ ਕੀ ਬਣਦਾ, ਜਿਹੜਾ ਵਾਕ ਕੀ ਹੈ, ਕਿਸ ਤਰ੍ਹਾਂ ਬਣਾ ਸਕਦੇ ਆਪਾਂ, ਇਹਦਾ ਇੱਕ ਓਵਰਵਿਊ ਆਪਾਂ ਤੁਹਾਨੂੰ ਇੱਕ ਰਿਵੀਜ਼ਨ ਟਾਈਪ, ਠੀਕ ਹੈ, ਕਰਵਾਵਾਂਗੇ ਤੇ ਬਾਕੀ ਤੁਹਾਨੂੰ ਗੱਲਾਂ ਇਸ ਵਿੱਚ ਦੱਸੀਆਂ ਜਾਣਗੀਆਂ। ਤਾਂ ਫਸਟ ਹੈ ਜੀ ਨਾਊਨਸ। ਨਾਊਨਸ ਤੁਸੀਂ ਪੰਜਾਬੀ ਵਿੱਚ ਇੱਕ ਨਾਮ ਬੋਲ ਦਿੰਦੇ ਹੋ, ਠੀਕ ਹੈ ਜੀ। ਨਾਮ ਕਿਸੇ ਦਾ ਵੀ ਹੋ ਸਕਦਾ, ਪੀਪਲ ਦਾ ਹੋ ਸਕਦਾ, ਕਿਸੇ ਲੋਕਾਂ ਦਾ ਹੋ ਸਕਦਾ, ਕਿਸੇ ਥਾਂ ਦਾ ਹੋ ਸਕਦਾ, ਕਿਸੇ ਵੀ ਚੀਜ਼ਾਂ ਦਾ ਹੋ ਸਕਦਾ, ਕਿਸੇ ਜਾਨਵਰ ਦਾ, ਠੀਕ ਹੈ। ਤਾਂ ਉਸਦੇ ਅੱਗੇ ਫਰਦਰ ਕੈਟਾਗਰੀਜ਼ ਹੁੰਦੀਆਂ ਨੇਗੀਆਂ, ਜਿਹਨੂੰ ਪੰਜਾਬੀ ਵਿੱਚ ਬੋਲਦੇ ਆਮ ਨਾਮ, ਖਾਸ ਨਾਮ, ਠੀਕ ਹੈ ਜੀ, ਇਕੱਠਵਾਚਕ, ਜਾਤੀਵਾਚਕ, ਡਿਫਰੈਂਟ ਟਾਈਪਸ ਕੇ 5 ਟਾਈਪਸ ਨੇ। ਤਾਂ ਐਗਜ਼ਾਮਪਲ ਦਿੱਤੇ ਨੇ ਜੋ ਡੋਗ, ਕੈਟ, ਗਾਰਡਨ, ਵਰਕ, ਮਿਊजिक, टाउन, ਮਨੀਲਾ, ਟੀਚਰ, ਬॉस। ਇਹ ਦੇਖੋ ਤੁਸੀਂ ਸਾਰੇ ਹੀ ਨਾउन्स ने, अलग अलग कैटेगरी से। डॉग है, कैट है, एक नाउन है, गार्डन एक नाउन है, वर्क काम एक नाउन है, म्यूजिक। इस नूं बनाया जी द, बाकी बनाया द सन। सन की इत्थे एक नाम है, सूरज की एक नाम, दन सन शाइन जी, ठीक है। अन्ना गोज टू स्कूल, जिमें अन्ना की है किसी जेंडर का नाम है, किसी भी मेल फीमेल का भी नाम हो सकता तुहाडे च, ठीक है। अन्ना गोज टू स्कूल, स्कूल भी एक की है नाउन है, ठीक है। ਉਸ ਤੋਂ ਬਾਅਦ ਪ੍ਰਨਾਉਨ। ਪ੍ਰਨਾਉਨ ਕੀ ਹੈ, ਤੁਸੀਂ ਪੰਜਾਬੀ 'ਚ ਬੋਲ ਜਾਣੇ ਹੋਗੇ ਪ੍ਰਣਾਮ, ਜਿਹੜਾ ਕੀ ਹੈ ਨਾਮ ਦੀ ਥਾਂ ਵਰਤਿਆ ਜਾਂਦਾ। ਇੰਗਲਿਸ਼ ਵਿੱਚ ਬੋਲ ਲਿਖਦੇ ਨੇ ਸਿੰਪਲ ਰਿਪਲੇਸ ਨਾउन्स, ਜਿਹੜਾ ਕੀ ਹੈ ਰਿਪਲੇਸ ਕਰੇ ਉਸਦੀ ਥਾਂ ਤੇ, ਹੁਣ ਕੀ ਬੋਲਦੇ ਆਪਾਂ ਜੀ ਪ੍ਰਣਾਉਨ। ਪ੍ਰਣਾਉਨ ਦੇ ਵਿੱਚ ਕੀ ਹੁੰਦਾ ਹੀ, ਜਿਵੇਂ ਤੁਹਾਡਾ ਪਹਿਲਾਂ ਆਪਾਂ ਕਿਸੇ ਰਾਮ ਦੀ ਗੱਲ ਕਰ ਰਹੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਨੂੰ ਅਗਲੀ ਸੈਂਟੈਂਸ ਦੇ ਵਿੱਚ ਕੀ ਬੋਲਦੇ ਨੇ, ਉਹਨੂੰ ਹੀ ਲੈ ਕੇ ਚੱਲਦੇ ਹਾਂ, ਠੀਕ ਹੈ ਜੀ। ਪਹਿਲਾਂ ਆਪਾਂ ਸਟਾਰਟਿੰਗ ਕਰਦੇ ਹਾਂ ਰਾਮ ਤੋਂ, ਪਹਿला सेंटेंस की है उसका नाम दिखा डिफाइन कर दें, तो दूसरा जो वाक बनाने लगते हैं तो आप उत्थे उसनूं एक ही नाल डिनोट करते हैं, जिहड़ा कि उसकी जगह ते वरत्या जाता है। ही, आई, इट्स, मी, माई, शी, दैट, दिस, दोस, अस, हू, हुम, यू, ठीक है। तो ਵੱਖ-ਵੱਖ ਤੁਹਾਡੇ ਜਿਹੜੇ ਨੇ ਨਾ ਪ੍ਰੋਨਾउंस ਨੇ, ਪੁਰਖਵਾਚਕ ਹੋ ਗਏ, ਜਿਵੇਂ ਤਿੰਨ ਟੰਗ ਅਲੱਗ-ਅਲੱਗ ਕੀ ਨੇ ਆਪਣੇ ਜੀ। ਜਿਵੇਂ ਇੱਥੇ ਦੇਖੋ ਜੋਹਨ ਇਜ਼ ਹੰਗਰੀ, ਕੀ ਹੈ ਜੋਹਨ ਇਜ਼ ਕੀ ਇੱਕ ਭੁੱਖਾ ਹੀ ਕੀ ਹੈ, ਜੋਹਨ ਕੀ ਔਰ ਇੱਕ ਨਾਮ ਹੈ ਜਿਹੜਾ ਕਿ ਅੱਗੇ ਜਾ ਕੇ ਕੀ ਬਣ ਗਿਆ, ਹੀ ਬਣ ਗਿਆ। ਜਿਵੇਂ ਹੀ ਵਾਂਟਸ ਟੂ ਈਟ, ਉਹ ਭੁੱਖਾ ਇਸ ਕਰਕੇ ਕੀ ਚਾਹੁੰਦਾ ਜੀ, ਉਹ ਖਾਣਾ ਚਾਹੁੰਦਾ ਕੁਝ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਨਾउन ਤੇ ਪ੍ਰੋਨਾउन ਦੇ ਵਿੱਚ। ਸਿੰਪਲ ਜੀ ਗੱਲ ਤੁਹਾਡੇ ਧਿਆਨ ਚ ਹੋਣੀ ਚਾਹੀਦੀ ਕਿ ਆਇਡੈਂਟੀਫਾਈ ਕਰਨਾ ਆਉਣਾ ਚਾਹੀਦਾ ਤੁਹਾਨੂੰ ਹਰ ਇੱਕ ਚੀਜ਼ ਦੇ ਸੈਂਟੈਂਸ ਦੇ ਵਿੱਚ, ਵੱਖ-ਵੱਖ ਚੀਜ਼ਾਂ ਨੂੰ ਕੀ ਕਰਨਾ ਚਾਹੁੰਦਾ ਜੀ, ਆਇਡੈਂਟੀਫਾਈ। ਆਪਾਂ ਉਹੀ ਚੀਜ਼ ਤੁਹਾਡੇ ਅੱਜ ਗੱਲ ਕਰਾਂਗੇ, ਕਿਸ ਤਰ੍ਹਾਂ ਆਪਾਂ ਪਹਿਚਾਣ ਕਰ ਸਕਦੇ ਹਾਂ ਕਿ ਇਹ ਕਿਹੜਾ ਨਾउन ਹੈ, ਪ੍ਰੋਨਾउन ਹੈ, ਵਰਬ ਹੈ, ਜਿਹੜੇ ਵਰਬ ਹੈ ਜਾਂ ਆਰਟੀਕਲਸ ਹੈ। ਤਾਂ ਵਰਬ ਕੀ ਇੱਕ ਕੋਈ ਵੀ ਸੈਂਟੈਂਸ ਮਤਲਬ ਤੁਹਾਨੂੰ ਪਤਾ ਇੱਕ ਵਰਬ ਨਾਲ ਹੀ ਸੈਂਟੈਂਸ ਬਣਦਾ, ਵਿਦਾਊਟ ਵਰਬ ਕੀ ਹੈ ਤੁਹਾਡਾ ਕੋਈ ਸੈਂਟੈਂਸ ਨਹੀਂ। ਰਾਮ ਹੈ ਕੋਈ ਵਰਬ ਨਹੀਂ ਹੈਗਾ, ਠੀਕ ਹੈ। ਰਾਮ ਈਟਸ, ਪਤਾ ਲੱਗ ਗਿਆ ਆਪਾਂ ਨੂੰ ਵਰਬ ਹੋ ਰਹੀ ਹੈਗੀ, ਇੱਕ ਕੀ ਬਣ ਗਿਆ, ਇੱਕ ਸੈਂਟੈਂਸ ਬਣ ਗਿਆ, ਵਾਕ ਬਣ ਗਿਆ, ਰਾਮ ਖਾਂਦਾ ਹੈ, ਠੀਕ ਹੈ ਨਾ। ਤਾਂ ਵਿਦਾਊਟ ਵਰਬ ਤੁਹਾਡਾ ਕੋਈ ਵੀ ਵਾਕ ਨਹੀਂ ਕ੍ਰੀਏਟ ਹੁੰਦਾ, ਸੈਂਟੈਂਸ ਨਹੀਂ ਮੰਨਦਾ। ਜਿਵੇਂ ਸ਼ੋ ਐਕਸ਼ਨ, ਕੋਈ ਵੀ ਕੰਮ ਹੋਣਾ, ਐਕਸ਼ਨ ਕਰਨਾ, ਜਾਂ ਕਿਸੇ ਚੀਜ਼ ਦਾ ਬੀਇੰਗ ਮਤਲਬ ਕਿਸੇ ਚੀਜ਼ ਦਾ ਹੋਣਾ, ਠੀਕ ਹੈ ਜੀ। ਜਿਵੇਂ ਰਨ, ਆਪਾਂ ਨੂੰ ਪਤਾ ਵੱਖ-ਵੱਖ ਕੀ ਨੇ ਆਪਣੇ ਕੋਲ, ਬਹੁਤ ਸਾਰੀਆਂ ਵਰਬਸ ਨੇ। ਰਨ, ਗੋ, हैव, इनवाइट, लाफ, लिसन, प्लेइंग, सिंगिंग, बहुत ਵੱਖ-ਵੱਖ ਕੀ ਨੇ ਆਪਣੇ ਕੋਲ ਵਰਬਸ ਨੇ, ਬਹੁਤ ਸਾਰੀਆਂ ਵਰਬਸ ਨੇ। ਤੁਸੀਂ ਛੋਟੀ ਕਲਾਸਾਂ ਵਿੱਚ ਪੜ੍ਹਿਆ ਵੀ ਇਹਨਾਂ ਨੂੰ। ਤਾਂ ਆਪਾਂ ਇਹਨੂੰ ਆਇਡੈਂਟੀਫਾਈ ਕਰਨਾ ਵਾ ਇੱਕ ਵਾਕ ਦੇ ਵਿੱਚ ਕਿ ਵਰਬ ਦੱਸੋ, ਤਾਂ ਤੁਸੀਂ ਇਸ ਤਰ੍ਹਾਂ ਕਿ ਇਹਨੂੰ ਵਰਬ ਦੇ ਵਜੋਂ ਕੀ ਤੁਸੀਂ ਦਰਸਾ ਸਕਦੇ ਹੋਗੇ। ਦੇਖੋ ਇੱਥੇ ਡੋਗ ਐਂਡ ਕੈਟ, ਇੱਥੇ ਦੋ ਨੇ ਡੋਗ ਅਤੇ ਕੈਟ, ਇਸ ਕਰਕੇ ਇੱਥੇ ਆਰ ਲਾਤਾ। ਆਰ ਇੱਕ ਹੈਲਪਿੰਗ ਵਰਬ ਹੈ। ਰਨਿੰਗ, ਕੀ ਕਰ ਰਹੇ ਨੇ, ਉਹ ਦੌੜ ਰਹੇ ਨੇ, ਰਨਿੰਗ। ਇੱਕ ਕੰਟੀਨਿਊਸ ਦੇ ਵਿੱਚ ਦੇਖੋ ਤੁਸੀਂ ਰਨਿੰਗ, ING ਪਤਾ, ਇੱਥੇ ਰਨ ਨਹੀਂ ਲਿਖਿਆ, ਰਨਿੰਗ। ਉਸ ਤੋਂ ਬਾਅਦ ਆ ਗਈ ਐਡਜੈਕਟਿਵ, ਜਿਹਨੂੰ ਤੁਸੀਂ ਬੋਲਦੇ ਇੱਕ ਵਿਸ਼ੇਸ਼ਣ ਬੋਲ ਦਿੰਦੇ ਹੋ, ਜਿਹੜਾ ਕਿ ਇੱਕ ਨਾउन ਦੀ ਕੀ ਕਰਦਾ ਜੀ, ਵਿਸ਼ੇਸ਼ਤਾ ਦੱਸਦਾ ਕਿ ਕਿਸ ਤਰ੍ਹਾਂ ਦਾ ਨਾउन ਆ ਉਹ, ਠੀਕ ਹੈ ਜੀ।
ਕਿ ਜਿਵੇਂ ਤੁਸੀਂ ਪੜ੍ਹ ਰਹੇ ਹੋਗੇ ਇੰਟੈਲੀਜੈਂਟ ਹੋ, ਕਿਹੜਾ ਇੰਟੈਲੀਜੈਂਟ ਹੈਗਾ, ਬਹੁਤ ਵੱਡਾ ਹੈਗਾ, ਮੋਟਾ ਹੈਗਾ, ਬਿਗ ਹੈਗਾ, ਕਿਸ ਤਰ੍ਹਾਂ ਦਾ, ਠੀਕ ਹੈ, ਉਸਦੀ ਵਿਸ਼ੇਸ਼ਤਾ ਦੱਸਦੇ ਜਿਵੇਂ ਐਂਗਰੀ, ਬਰੇਵ, ਹੈਲਦੀ, ਲਿਟਲ, ਓਲਡ, ਰੈਡ, ਸਮਾਰਟ, ਟੂ, ਸਮ, ਗੁੱਡ, ਬਿਗ, ਇੰਟਰਸਟਿੰਗ, ਠੀਕ ਹੈ। ਜਿਵੇਂ ਆਪਾਂ ਡੋਗ ਹੈ, ਕੁੱਤਾ ਹੈ, ਕੁੱਤੇ ਦੀ ਆਪਾਂ ਵਿਸ਼ੇਸ਼ਤਾ ਸੀ ਉਹ ਬਰਾਊਨ ਹੈ, ਵਾਈਟ ਹੈ, ਕਿਸ ਤਰ੍ਹਾਂ ਦਾ। ਜਿਹੜੀ ਬਿੱਲੀ ਆ ਉਹ ਦੱਸਦੀ ਮੋਟੀ ਹੈ ਜਾਂ ਪਤਲੀ, ਇੱਥੇ ਲਿਖਤਾ ਜੀ ਫੈਟ, ਠੀਕ ਹੈ ਜੀ। ਕੈਟੇਗਰੀ ਔਰ ਇੱਕ ਨਾउन ਹੈ ਜਿਹੜਾ ਡਿਸਕ੍ਰਾਈਬ ਕਰ ਰਿਹਾ ਕਿ ਜਿਹੜੀ ਬਿੱਲੀ ਹੈ ਉਹਨੂੰ ਡਿਸਕ੍ਰਾਈਬ ਕਰ ਰਿਹਾ ਮੋਟੀ ਹੈ ਜਾਂ ਪਤਲੀ ਹੈ, ਜਿਵੇਂ ਇੱਥੇ ਦੱਸਦੇ ਫੈਟ। ਗਾਰਡਨ ਦੱਸਦਾ ਅੱਗੇ, ਗਾਰਡਨ ਇੱਕ ਨਾउन ਹੈ, ਇਹ ਬਿਗ ਹੈ, ਸਮੋਲ ਹੈਗਾ, ਟੀਨੀ ਹੈ, ਮਤਲਬ ਕਿ ਭੀੜਾ ਜਿਹਾ ਹੈਗਾ, ਅਲੱਗ ਅਲੱਗ ਆਪਾਂ ਡਿਫਾਈਨ ਕਰਤੀ ਉਹਦੀ ਵਿਸ਼ੇਸ਼ਤਾ। ਐਡਵਰਬ ਹੋ ਗਿਆ ਜੀ, ਵਰਬ ਦਾ ਮਤਲਬ ਕਿਰਿਆ ਸੀ, ਐਡਵਰਬ ਦਾ ਮਤਲਬ ਕਿਰਿਆ ਵਿਸ਼ੇਸ਼। ਜਿਹੜਾ ਕੀ ਹੈ ਵਰਬ ਦੀ ਕੀ ਦੱਸੇ ਜੀ ਵਿਸ਼ੇਸ਼ਤਾ ਦੱਸੇ, ਉੱਥੇ ਆਪਾਂ ਕਿਹਦੀ ਕੀਤੀ ਸੀ ਵਿਸ਼ੇਸ਼ਤਾ ਐਡਜੈਕਟਿਵ ਦੇ ਵਿੱਚ ਨਾउन ਦੀ, ਨਾਮ ਦੀ, ਠੀਕ ਹੈ। ਤਾਂ ਡਿਸਕ੍ਰਾਈਬਸ ਵਰਬਸ, ਐਡਜੈਕਟਿਵਸ ਔਰ ਅਦਰ ਐਡਵਰਬਸ, ਠੀਕ ਹੈ, ਜਿਵੇਂ ਬੈਡਲੀ, ਫੁੱਲੀ, ਹਾਰਡਲੀ। ਇੱਥੇ ਜ਼ਿਆਦਾਤਰ ਤੁਸੀਂ ਲਾਸਟ ਤੇ ਇੱਕ LY ਦੇਖੋਗੇ, ਉੱਥੋਂ ਆਪਣਾ ਆਇਡੈਂਟੀਫਾਈ ਹੁੰਦਾ ਹੈ ਕਿ ਇਹ ਇੱਕ ਐਡਵਰਬ ਹੈ। ਕੁਝ ਵਾਕਾਂ ਦੇ ਵਿੱਚ ਕਿ ਜਦੋਂ ਆਪਾਂ ਇੱਕ ਬਕੈਦ ਵਿੱਚ ਸ਼ਬਦ ਵਰਤਦਾ ਉੱਥੇ LY ਆਪਾਂ ਆਇਡੈਂਟੀਫਾਈ ਕਰ ਲੈਣਾ ਈਜ਼ੀਲੀ ਕਿ ਹਾਂਜੀ ਇਹ ਇੱਕ ਐਡਵਰਬ ਹੈ। ਜਿਵੇਂ ਰਨ ਕੀ ਸੀ, ਇੱਥੇ ਇੱਕ ਵਰਬ ਸੀ ਦੌੜਨਾ। ਹੁਣ ਆਪਾਂ ਰਨ ਨੂੰ ਦੱਸਿਆ ਕਿ ਜਿਹੜਾ ਦੌੜਦਾ ਉਹ ਕਿਵੇਂ ਦੌੜਦਾ ਗਾ, ਹੌਲੀ ਦੌੜਦਾ ਹੈ, ਜਲਦੀ ਦੌੜਦਾ ਗਾ, ਠੀਕ ਹੈ। ਇੱਥੇ ਫਾਸਟਲੀ ਵੀ ਆ ਸਕਦਾ ਸੀ, ਸਲੋਲੀ ਲਿਖਦਾ, ਕੁਇਕਲੀ ਲਿਖਤਾ, ਜਿਵੇਂ ਈਟਸ ਵੈਰੀ ਸਲੋਲੀ, ਠੀਕ ਹੈ ਜੀ। ਜਿਹੜਾ ਖਾਂਦਾ ਉਹ ਕਿਵੇਂ ਖਾਂਦਾ, ਹੌਲੀ ਖਾਂਦਾ, ਤੇਜ਼ ਖਾਂਦਾ ਹੈ, ਠੀਕ ਹੈ। ਭੱਜਦਾ ਉਹ, ਤਾਂ ਆਪਾਂ ਵੱਖ ਵੱਖ ਕੀ ਕਰ ਦਿੱਤਾ ਉਹਨਾਂ ਨੂੰ ਜੀ, ਆਪਾਂ ਨੇ ਵਰਬ ਦੀ ਕੀ ਦੱਸੀ ਹੈ ਇੱਕ ਵਿਸ਼ੇਸ਼ਤਾ ਦੱਸੀ। ਤਾਂ ਉਸ ਤੋਂ ਬਾਅਦ ਅਗੇ ਆਰਟੀਕਲਸ, ਤੁਹਾਨੂੰ ਪਤਾ ਤਿੰਨ ਤਰ੍ਹਾਂ ਦੇ ਆਰਟੀਕਲਸ ਨੇ ਆਪਣੇ, ਦਾ, ਏ, ਐਨ। ਕਹਿੰਦੇ ਇੱਕ ਸਿਗਨਲ ਦਿੰਦਾ ਜੀ ਕਿ ਨਾउन ਇਜ਼ ਗੋਇੰਗ ਟੂ ਫੋਲੋ, ਕਿ ਕਿਸ ਤਰ੍ਹਾਂ ਦਾ ਜਿਹੜਾ ਨਾउन ਆ ਉਹਨੂੰ ਫੋਲੋ ਕਰਦਾ, ਮਤਲਬ ਨਾउन ਇੱਕ ਹੈ, ਬਹੁਤ ਨੇ, ਕਿਸ ਤਰ੍ਹਾਂ ਆਪਾਂ ਰਿਪਰੈਜ਼ੈਂਟ ਕਰਦੇ ਨਾउन ਨੂੰ। ਜਿਵੇਂ ਦਾ ਡੋਗ ਹੈ, ਠੀਕ ਹੈ, ਇਹ ਯੂਨੀਵਰਸਿਟੀ ਹੈ। ਇਸ ਨੂੰ ਉਸ ਦਿਨ ਵੀ ਦੱਸਿਆ ਸੀ, ਜਦੋਂ ਆਪਾਂ ਏ ਲਾਉਂਦੇ ਹਾਂ ਉੱਥੇ ਆਪਾਂ ਇੱਕ ਸਿੰਗੂਲਰ ਦੀ ਗੱਲ ਕਰ ਰਹੇ ਹਾਂ, ਜਦੋਂ ਆਪਾਂ ਐਨ ਲਾਉਂਦੇ ਹਾਂ ਉਹ ਵੀ ਇੱਕ ਸਿੰਗੂਲਰ ਹੁੰਦਾ ਹੈ, ਬਟ ਉੱਥੇ ਇੱਕ ਆਵਾਜ਼ ਹੁੰਦੀ ਹੈ ਸ਼ਬਦ ਦੀ ਊ ਆ ਈ, ਜਦੋਂ ਊ ਆ ਈ ਦੀ ਆਵਾਜ਼ ਆਵੇ ਉੱਥੇ ਆਪਾਂ ਐਨ ਲਗਾਵਾਂਗੇ। ਇਹ ਜ਼ਰੂਰੀ ਨਹੀਂ ਕਿ ਆਪਾਂ ਇਕੱਲੇ ਵੋਵਲਸ ਅੱਖਰ ਨਾਲ ਹੀ ਐਨ ਲਗਾਉਂਦੇ ਹਾਂ। ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਇੱਕ ਯੂਨੀਵਰਸਿਟੀ ਹੈ, UNIVERSITY, ਯੂਨੀਵਰਸਿਟੀ ਹੈ, ਇੱਥੇ ਆਪਾਂ ਐਨ ਨਹੀਂ ਲਾਉਂਦੇ, ਇੱਥੇ ਆਪਾਂ ਇਸ ਦੇ ਅੱਗੇ ਇੱਕ ਏ ਲਾਉਂਦੇ ਹਾਂ, ਠੀਕ ਹੈ, ਕਿਉਂਕਿ ਆਪਾਂ ਬਾਵਲ ਦੇ ਅੱਖਰ ਨਾਲ ਦੇਖੀ ਤਾਂ ਕਹਾਂਗੇ ਐਨ ਲੱਗੂਗਾ, ਬਟ ਐਨ ਨਹੀਂ ਲੱਗਦਾ ਉਰੇ, ਉਹ ਯੂਨੀਵਰਸਿਟੀ ਲੱਗੂਗਾ, ਕਿਉਂਕਿ ਇੱਥੇ ਊ ਆ ਈ ਦੀ ਆਵਾਜ਼ ਨਹੀਂ ਆ ਰਹੀ, ਯੂ ਦੀ ਆ ਰਹੀ ਹੈ, ਯੂਨੀਵਰਸਿਟੀ, ਇਸ ਕਰਕੇ ਕੀ ਲੱਗੂ ਰੇ ਜੀ ਏ ਯੂਨੀਵਰਸਿਟੀ। ਦਾ ਕਦੋਂ ਲੱਗੇ, ਜਦੋਂ ਤੁਸੀਂ ਦੋਨੇ ਜਦੋਂ ਗੱਲ ਕਰ ਰਹੇ ਆ ਕੋਈ ਦੋ ਪਰਸਨ, ਤਾਂ ਉੱਥੇ ਦੋਨੇ ਉਸੇ ਚੀਜ਼ ਨੂੰ ਜਾਣਦੇ ਹਨ, ਮਤਲਬ ਦਾ ਡੋਗ, ਕੁੱਤੇ ਨੂੰ ਤੁਸੀਂ ਵੀ ਜਾਣਦੇ ਹੋਗੇ, ਕੁੱਤੇ ਨੂੰ ਮੈਂ ਵੀ ਜਾਣਦਾ ਗਾ, ਤਾਂ ਇੱਥੇ ਆਪਾਂ ਡੋਗ ਲਗਾ ਦਿੱਤਾ। ਸਕੂਲ ਹੈ, ਦਾ ਸਕੂਲ ਆਪਾਂ ਬੋਲਦੇ ਹਾਂ, ਸਕੂਲ ਬਾਰੇ ਤੁਸੀਂ ਵੀ ਜਾਣਦੇ ਹੋ, ਸਕੂਲ ਬਾਰੇ ਮੈਂ ਵੀ ਜਾਣਦਾ, ਤਾਂ ਆਪਾਂ ਇਸ ਕਰਕੇ ਇਹਨੂੰ ਦਾ ਰਿਪ੍ਰੈਜ਼ੈਂਟ ਕਰ ਦਿੰਦੇ ਹਾਂ। ਇੱਕ ਕੈਪੀਟਲ ਦਾ ਉਦੋਂ ਲੱਗਦਾ ਹੁੰਦਾ ਜਦੋਂ ਇੱਕ ਖਾਸ ਜਿਹੜੀ ਚੀਜ਼ ਸਾਰੇ ਦੇਸ਼ ਦੇ ਵਿੱਚ ਇੱਕ ਹੀ ਹੋ ਜਾਏ, ਦਾ ਗੰਗਾ, ਦਾ ਗੀਤਾ, ਠੀਕ ਹੈ ਜੀ, ਇਹ ਇੱਕ ਹੀ ਹੈ ਜਿਹੜਾ ਇੱਕ ਚੀਜ਼ ਨੂੰ ਸਿੰਗੂਲਰ ਨੂੰ ਮਤਲਬ ਰਿਪ੍ਰੈਜ਼ੈਂਟ ਕਰੇ। ਜਦੋਂ ਇੱਕ ਵਰਲਡ ਵਾਈਡ ਵੈਬ ਜਾਂ ਆਪਾਂ ਵਰਡ ਤੇ ਲੈ ਕੇ, ਦੇਸ਼ ਤੇ ਲੈ ਕੇ ਗੱਲ ਕਰੀਏ ਜਾਂ ਸਟੇਟ ਤੇ ਗੱਲ ਕਰੀਏ, ਠੀਕ ਹੈ, ਕੰਟਰੀ ਨੂੰ ਲੈ ਕੇ ਗੱਲ ਕਰੀਏ, ਜਿਹੜੀ ਇੱਕ ਹੀ ਚੀਜ਼ ਨੂੰ ਡਿਫਾਈਨ ਕਰੇ, ਤਾਂ ਵੀ ਆਪਾਂ ਉੱਥੇ ਕੀ ਲਾਉਂਦੇ ਇੱਕ ਦਾ ਆਰਟੀਕਲ ਯੂਜ਼ ਕਰਦੇ ਹਾਂ। ਨਾउन ਤੁਹਾਨੂੰ ਪਤਾ ਹੈ ਗੀਤਾ ਇੱਕ ਨਾउन ਹੈ, ਠੀਕ ਹੈ ਜੀ। ਆਪਣਾ ਤਾਜ ਮਹਿਲ ਵੀ, ਦਾ ਤਾਜ ਮਹਿਲ ਆਪਾਂ ਉੱਥੇ ਇੱਕ ਹੀ ਆਪਾਂ ਨੇ ਪਤਾ ਹੈ, ਬਹੁਤ ਸਾਰੇ ਤਾਂ ਨਹੀਂ ਤਾਜ ਮਹਿਲ, ਇਸ ਕਰਕੇ ਆਪਾਂ ਦਾ ਲਗਾ ਦਿੰਦੇ ਹਾਂ, ਵੱਡੀ ਕੈਪੀਟਲ ਲਗਾਉਂਦੇ ਹਾਂ। ਉਸ ਦਾ ਹੀ ਪ੍ਰੈਪੋਜੀਸ਼ਨ ਉਹਦਾ ਸੰਬੰਧਕ ਦੱਸਦੇ ਨੇ ਕਿ ਇਸ ਦਾ ਸੰਬੰਧ ਕਿਸ ਤਰ੍ਹਾਂ ਦਾ, ਰਿਲੇਸ਼ਨਸ਼ਿਪ ਦੱਸਦੇ ਨੇ ਬਿਟਵੀਨ ਵਰਡਸ ਇਨ ਏ ਸੈਂਟੈਂਸ, ਜਿਹੜਾ ਆਪਣੇ ਸ਼ਬਦ ਵਰਤਦੇ ਨੇ ਸੈਂਟੈਂਸ ਦੇ ਵਿੱਚ ਉਹਨਾਂ ਦਾ ਕੀ ਸੰਬੰਧ ਹੈਗਾ। ਤਾਂ ਤੁਹਾਨੂੰ ਵੱਖ-ਵੱਖ ਪ੍ਰੈਪੋਜੀਸ਼ਨ ਕਲਾਸ ਦੇ ਵਿੱਚ ਵੀ ਦੱਸੀਆਂ ਗਈਆਂ ਨੇ, ਤੇ ਇੱਥੇ ਵੀ ਤੁਹਾਨੂੰ ਦੱਸ ਰਿਹਾ ਅਬਵ, ਬਿਫੋਰ, ਐਕਸਪੈਕਟ, ਫਰੋਮ, ਇਨ, ਨੀਅਰ, ਆਫ, ਸਿੰਸ, ਬਿਟਵੀਨ, ਅਪੋਨ, ਵਿਦ, ਟੂ, ਐਟ, ਆਫਟਰ, ਔਨ, ਠੀਕ ਹੈ। ਬਹੁਤ ਸਾਰੀਆਂ ਆਪਣੀਆਂ ਕਿੰਨੇ ਇੱਥੇ ਪ੍ਰੈਪੋਜੀਸ਼ਨ ਨੇ। ਅਬਵ ਕਦੋਂ ਲਗਾਉਂਦੇ ਆਪਾਂ ਜੀ, ਤੁਹਾਨੂੰ ਮੈਂ ਦੋ ਚਾਰ ਦੱਸਦਾ। ਜਦੋਂ ਮੇਰੇ ਇੱਕ ਫੈਨ ਹੈਗਾ ਜੀ, ਜਦੋਂ ਮੇਰੇ ਸਿਰ ਦੇ ਉੱਪਰ ਹੈਗਾ ਤਾਂ ਮੈਂ ਕਹੂੰਗਾ ਦਾ ਫੈਨ ਕੀ ਹੈ ਜੀ, ਜਿਹੜਾ ਫੈਨ ਆ ਉਹ ਕੀ ਮੇਰੇ ਅਪ ਹੈਗਾ। ਜਦੋਂ ਮੈਂ ਸਾਈਡ ਤੇ ਆ ਬਟ ਫੈਨ ਹੈਗਾ ਮੇਰੇ ਉੱਪਰ, ਮੈਂ ਬੈਠਾ ਸਾਈਡ ਤੇ ਆ, ਤਾਂ ਕੀ ਕਹੂੰਗਾ ਜੀ ਅਬਵ। ਜਿਵੇਂ ਆਪਣੇ ਜਿਹੜੇ ਆਪਣੇ ਹੁੰਦੇ ਨੇ ਐਰੋਪਲੇਨਸ ਨੇ, ਉਹ ਫਲਾਈ ਕਰਦੇ ਨੇ ਅਬਵ ਦਾ ਸਕਾਈ,
ठीक है। ਐ ਨਹੀਂ ਗਾ ਆਪਣੇ ਅਪ ਦਾ ਸਕਾਈ ਨਹੀਂ ਬੋਲਦੇ ਆਪਾਂ, ਉੱਥੇ ਅਬਵ ਬੋਲਦੇ ਕਿਉਂਕਿ ਉਹ ਇੱਕ ਸਾਈਡ ਤੇ ਆਪਣੇ ਸਿਰ ਤੋਂ ਕੀ ਹੈਡ ਤੋਂ ਕੀ ਸਾਈਡ ਦੇ ਹੁੰਦੇ। ਬਿਫੋਰ ਪਹਿਲਾਂ ਤੁਹਾਨੂੰ ਪਤਾ ਹੈ ਐਕਸਪੈਕਟ ਦਾ ਮਤਲਬ ਕੀ ਹੈ, ਇਸ ਤੋਂ ਬਿਨਾ ਆਪਾਂ ਕਹਿੰਦੇ ਐਕਸਪੈਕਟ, ਇਸ ਤੋਂ ਬਗੈਰ ਕੋਈ ਹੈਗਾ ਬੱਚਾ ਐਕਸਪੈਕਟ। ਫਰੋਮ ਆਪਾਂ ਕਿਸੇ ਚੀਜ਼ ਤੋਂ ਲੈ ਕੇ ਚੱਲਦਾ, ਫਰੋਮ ਟੂ, ਠੀਕ ਹੈ। ਸੋਰਸ ਹੁੰਦਾ ਫਰੋਮ, ਟੂ ਦਾ ਮਤਲਬ ਡੈਸਟੀਨੇਸ਼ਨ ਕਿੱਥੇ ਜਾਣਾ, ਮਤਲਬ ਕਿਸੇ ਬੱਸ ਨੂੰ, ਠੀਕ ਹੈ ਜੀ, ਪਕੜਨਾ ਹੈਗਾ ਆਪਾਂ ਉੱਥੇ ਲਿਖਿਆ ਦਾ ਬੋਰਡ ਤੇ ਇੱਥੇ ਤੋਂ ਇੱਥੇ ਤੱਕ, ਠੀਕ ਹੈ। ਜਿਵੇਂ ਬੁਢਲਾਡਾ ਟੂ ਚੰਡੀਗੜ੍ਹ, ਫਰੋਮ ਬੁਢਲਾਡਾ ਤੋਂ ਟੂ ਚੰਡੀਗੜ੍ਹ। ਨੀਅਰ ਦਾ ਮਤਲਬ ਨੇੜੇ, ਇਨ, ਐਟ, ਔਨ, ਇਹ ਤੁਹਾਨੂੰ ਦੱਸਿਆ ਔਨ ਇੱਕ ਸ਼ਬਦ ਨਾਲ ਲੱਗਦਾ ਹੈਗਾ, ਮਤਲਬ ਸੰਡੇ ਹੋਵੇ, ਫੈਸਟੀਵਲ ਦਾ ਦਿਨ ਹੋਵੇ, ਠੀਕ ਹੈ। ਆਪਾਂ ਉੱਥੇ ਇੱਕ ਦਿਨ ਦੀ ਗੱਲ ਹੋਵੇ ਤਾਂ ਉੱਥੇ ਔਨ ਲਗਾਉਂਦੇ ਹਾਂ। ਜਦੋਂ ਇੱਕ ਟਾਈਮ ਪਾਰਟੀਕੂਲਰ ਪੁਆਇੰਟ ਦੀ ਗੱਲ ਹੋਵੇ ਤਾਂ ਆਪਾਂ ਟਾਈਮ ਦੇ ਵਿੱਚ ਐਟ ਲਗਾਉਂਦੇ, ਜਿਵੇਂ ਐਟ 30 o'clock, 5 o'clock, 4 o'clock, 6 o'clock, ਠੀਕ ਹੈ। ਤਾਂ ਵੱਖ ਵੱਖ ਆਪਾਂ ਪੁਆਇੰਟਾਂ ਤੇ ਕੀ ਲਗਾਉਂਦੇ ਹਾਂ, ਐਟ ਲਗਾਉਂਦੇ ਹਾਂ। ਜਦੋਂ ਆਪਾਂ ਇੱਕ ਵੱਡੀ ਰੇਂਜ ਦੀ ਗੱਲ ਕਰੀਏ ਤਾਂ ਉੱਥੇ ਇਨ ਲਗਾਉਣਾ, ਜਾਂ ਇਨ ਦਾ ਮਾਰਨਿੰਗ, ਇਨ ਦਾ ਵੀਕ, ਇਨ ਮੰਥ, ਇਨ ਈਅਰ, ਤਾਂ ਆਪਾਂ ਬਹੁਤ ਵੱਡੀ ਰੇਂਜ ਨੂੰ ਲੈ ਕੇ ਚੱਲਦੇ, ਠੀਕ ਹੈ। ਤਾਂ ਇੱਥੇ ਲਿਖਿਆ ਆਈ ਐਮ ਗੋਇੰਗ ਟੂ ਮਾਈ ਗਾਰਡਨ, ਠੀਕ ਹੈ ਜੀ। ਇਹ ਕਹਿੰਦੇ ਕਿੱਥੇ ਜਾ ਰਿਹਾ, ਤਾਂ ਸੰਬੰਧ ਦੱਸਦਾ ਕਿ ਜਾ ਤਾਂ ਰਿਹਾ, ਕਹਿੰਦਾ ਮੈਂ ਕਿੱਥੇ ਜਾ ਰਿਹਾ, ਟੂ ਮਾਈ ਗਾਰਡਨ, ਮੈਂ ਆਪਣੇ ਬਗੀਚੇ ਦੇ ਵਿੱਚ ਜਾ ਰਿਹਾ। ਇੱਥੇ ਜਿਹੜਾ ਰਿਲੇਸ਼ਨਸ਼ਿਪ ਦਿਖਾਤਾ ਜੀ ਕਿ ਤੁਹਾਡਾ ਗਾਰਡਨ ਨਾਲ ਤੇ ਤੁਹਾਡਾ ਜਾਣਾ, ਠੀਕ ਹੈ। ਜਾਣ ਤੇ ਗਾਰਡਨ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਦਿਖਾਤਾ, ਉਹ ਕਿਹਨਾਂ ਦਾ ਹੈ, ਟੂ, ਕਿ ਤੁਸੀਂ ਜਾ ਰਹੇ ਹੋ ਬਟ ਜਾ ਕਿੱਥੇ ਰਹੇ ਹੋ, ਟੂ ਮਾਈ ਗਾਰਡਨ। ਜਿਵੇਂ ਆਈ ਐਮ ਗੋਇੰਗ ਟੂ ਦਿੱਲੀ, ਠੀਕ ਹੈ, ਮੈਂ ਜਾ ਰਿਹਾ ਹੈਗਾ, ਕਿੱਥੇ ਜਾ ਰਿਹਾ, ਦਿੱਲੀ, ਰਿਲੇਸ਼ਨਸ਼ਿਪ ਦਿਖਾਤਾ। ਉਸ ਤੋਂ ਬਾਅਦ ਕੰਜੰਕਸ਼ਨ, ਠੀਕ ਹੈ ਜੀ। ਕੰਜੰਕਸ਼ਨ ਕੀ ਹੁੰਦੇ ਨੇ ਜੀ, ਆਪਣੇ ਇੱਕ ਸੰਬੰਧਕ ਬੋਲਦੇ ਹਾਂ ਆਪਾਂ, ਯੋਜਕ ਬੋਲਦੇ ਹਾਂ ਆਪਾਂ, ਜਿਹੜਾ ਜੋੜਨ ਦੇ ਵਿੱਚ ਦੋ ਸੈਂਟੈਂਸ ਨੂੰ ਜੋੜਨ ਦੇ ਵਿੱਚ ਕੀ ਕਰਦਾ, ਆਪਾਂ ਨੂੰ ਮਦਦ ਕਰਦਾ ਆਪਣੀ। ਜਿਵੇਂ ਕਨੈਕਟ ਵਰਡਸ, ਫਰੇਜ਼ਸ, ਕਲੋਜ਼ਸ, ਸੈਂਟੈਂਸ, ਜਿਵੇਂ ਐਂਡ ਲਗਾਉਂਦੇ ਆਪਾਂ, ਔਰ ਲਗਾਉਂਦੇ ਆ, ਵਟ, ਸੋ, ਆਫਟਰ, ਬਿਫੋਰ, ਅਨਲੈਸ, ਆਈਦਰ, ਨਾਈਦਰ, ਬਿਕੋਜ਼, ਨੋ। ਜਿਵੇਂ ਆਈਦਰ ਹੈ, ਆਈਦਰ ਦੇ ਵਿੱਚ ਨਾਲ ਹਮੇਸ਼ਾ ਔਰ ਲੱਗਿਆ ਹੋਊਗਾ, ਨਾਈਦਰ ਨਾਲ ਹਮੇਸ਼ਾ ਨੋਰ ਲੱਗੂ, NOR, ਕਿਉਂਕਿ ਆਈਦਰ ਹੈ ਉਹ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਹੋ ਸਕਦਾ, ਨਾਈਦਰ ਦੋਨਾਂ ਵਿੱਚੋਂ ਕੋਈ ਵੀ ਨਹੀਂ। ਨਾਈਦਰ ਨਾਲ ਹਮੇਸ਼ਾ ਨੋਰ ਲੱਗਿਆ ਹੋਊ, ਆਈਦਰ ਨਾਲ ਹਮੇਸ਼ਾ ਔਰ ਲੱਗਿਆ ਹੋਊ, ਠੀਕ ਹੈ। ਤਾਂ ਇੱਥੇ ਯੂਜ਼ ਕੀਤਾ ਹੈ, ਜਿਵੇਂ ਆਈ ਵਾਜ਼ ਟਾਇਰਡ, ਮੈਂ ਬਹੁਤ ਥੱਕਿਆ, ਸੋ ਆਈ ਵੈਂਟ ਟੂ ਸਲੀਪ। ਸੋ ਕੀ ਇੱਥੇ ਜੋੜ ਰਿਹਾ ਹੈਗਾ ਕਿ ਮੈਂ ਥੱਕਿਆ, ਇੱਕ ਸੈਂਟੈਂਸ ਹੈ। ਹੁਣ ਕੀ ਕਰ ਰਿਹਾ ਮੈਂ, ਇਸ ਕਰਕੇ ਕੀ ਕਹਿੰਦਾ ਮੈਂ, ਇਸ ਲਈ ਆਈ ਵੈਂਟ ਟੂ ਸਲੀਪ, ਮੈਂ ਸੌਣ ਜਾਣਾ, ਠੀਕ ਹੈ, ਸੌਣ ਲਈ ਜਾਣਾ। ਤਾਂ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ, ਆਈ ਐਮ ਟੂ ਸਟੱਡੀ ਹਾਰਡ, ਇਸ ਕਰਕੇ ਮੈਂ ਬਹੁਤ ਜਿਹੜੀ ਆਪਣੀ ਪੜ੍ਹਾਈ ਹੈ ਹਾਰਡ ਕਰ ਰਿਹਾ, ਬਿਕੋਜ਼ ਆਈ ਵਾਂਟ ਸਕਸੈਸ ਇਨ ਮਾਈ ਲਾਈਫ, ਠੀਕ ਹੈ, ਮੈਂ ਸਫਲਤਾ ਪ੍ਰਾਪਤ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ, ਠੀਕ ਹੈ। ਜਾਂ ਮੈਂ ਫਸਟ ਪੋਜੀਸ਼ਨ ਪ੍ਰਾਪਤ ਕਰਨਾ, ਜਾਂ ਆਪਣਾ ਕੋਈ ਆਈ ਵਾਂਟ ਮਾਈ ਨੇਮ ਇਜ਼ ਇਨ ਮੈਰਿਟ ਲਿਸਟ, ਮੈਂ ਮੈਰਿਟ ਲਿਸਟ ਵਿੱਚ ਆਪਣਾ ਨਾਮ ਨੂੰ ਕੀ ਦੇਖਣਾ ਚਾਹੁੰਦਾ, ਕੁਝ ਵੀ ਆਪਾਂ ਉਸ ਦੇ ਜਗ੍ਹਾ ਤੇ ਆਪਾਂ ਕੀ ਕਰ ਸਕਦੇ ਹਾਂ, ਸ਼ਬਦ ਨੂੰ ਜਾਂ ਵਾਕਾਂ ਨੂੰ ਕੀ ਕਰ ਸਕਦੇ ਹਾਂ, ਆਪਸ ਵਿੱਚ ਜੋੜਨ ਦੇ ਲਈ ਇੱਕ ਕੰਜੰਕਸ਼ਨ ਦੀ ਕੀ ਵਰਤੋਂ ਕਰ ਸਕਦੇ, ਠੀਕ ਹੈ ਜੀ। ਸਿੰਸ ਕਦੋਂ ਲੱਗਦਾ ਹੁੰਦਾ, ਜਦੋਂ ਆਪਾਂ ਪਾਰਟੀਕੂਲਰ ਡੇਟ ਦੀ ਗੱਲ ਕਰੀਏ, ਜਿਵੇਂ ਸਿੰਸ 1947 ਕਿੰਨੇ ਤੋਂ ਲੈ ਕੇ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕੀ ਹੈ, ਮੈਂ ਕੁਝ ਵੀ ਆਪਾਂ ਬਣਾ ਸਕਦੇ ਹਾਂ ਵਾਕ। ਐਂਡ ਦਾ ਮਤਲਬ ਅਤੇ, ਜਿਵੇਂ ਰਾਮ ਐਂਡ ਸ਼ਾਮ, ਬੋਥ ਆਰ ਕਿ ਨਹੀਂ ਇੰਟੈਲੀਜੈਂਟ, ਦੋ ਵਰਡ ਹੋ ਗਏ ਨੇ ਇੱਥੇ, ਕਨੈਕਟ ਕਰਤਾ ਦੋ ਵਰਡ, ਇੱਕ ਰਾਮ ਨੂੰ ਕਨੈਕਟ ਕਰਤਾ, ਇੱਕ ਸ਼ਾਮ ਨੂੰ ਕਰਤਾ। ਜਿਵੇਂ ਇੱਕ ਵਟ ਕਿੱਥੇ ਲੱਗ ਗਈ, ਹੀ ਇਜ਼ ਇੰਟੈਲੀਜੈਂਟ ਵਟ, ਹੀ ਇਜ਼ ਨੋਟੀ, ਉਹ ਇੰਟੈਲੀਜੈਂਟ ਵੀ ਹੈ ਬਟ ਕੀ ਹੈ, ਪਰ ਕੀ ਹੈ, ਉਹ ਨੋਟੀ ਹੈ, ਸ਼ਰਾਰਤੀ ਹੈ। ਇੰਟਰਜੈਕਸ਼ਨ ਕਦੋਂ ਕਰਦੇ ਹਾਂ ਆਪਾਂ, ਜਦੋਂ ਆਪਣੀ ਫੀਲਿੰਗਸ ਨੂੰ ਡਿਫਾਈਨ ਕਰਦੇ ਹਾਂ, ਆਪਾਂ ਐਕਸਪਲੇਨੇਸ਼ਨ ਕਰਦੇ ਹਾਂ, ਆਪਾਂ ਐਕਸਪ੍ਰੈਸ ਸਟਰੋਂਗ ਫੀਲਿੰਗ, ਜਿਵੇਂ ਆਪਾਂ ਕੋਈ ਜਿੱਤ ਲਈਏ, ਜੇ ਆਪਾਂ ਕੋਈ ਚੀਜ਼, ਮੈਂ ਜਿੱਤ ਗਿਆ ਤਾਂ ਕਹਿੰਦੇ ਵਾਹ, ਠੀਕ ਹੈ ਜੀ। ਜਾਂ ਹੁਣ ਇੱਥੇ ਲਿਖਦਾ ਜੀ ਵਾਜ਼ ਗ੍ਰੇਟ, ਹਾਏ, ਊਪਸ ਦੀ ਇਹਨਾਂ ਨੇ ਬਣਾਈ ਹੈ ਜੀ, ਊਪਸ ਪੇੜ ਦਾ ਮਿਲਕ, ਜਿਹੜਾ ਦੁੱਧ ਸੀ ਉਹ ਕੀ ਹੋਇਆ, ਖਿਲਰ ਗਿਆ, ਮਤਲਬ ਡੁੱਲ ਗਿਆ, ਠੀਕ ਹੈ, ਡੁੱਲਣਾ, ਉੱਥੇ ਊਪਸ ਆਪਾਂ ਨਾ ਆਪਦੇ ਆਪ ਨੂੰ ਉਹ ਸ਼ੈਟ, ਠੀਕ, ਵੱਖ ਵੱਖ ਆਪਣੇ ਕੀ ਨੇ ਇੰਟਰਜੈਕਸ਼ਨ। ਇਹ ਤੁਹਾਡੇ ਪਾਰਟ ਆਫ ਸਪੀਚ ਜਿਹੜੇ ਓਵਰਵਿਊ ਕਰਾਤੇ ਸੀ ਤੁਹਾਨੂੰ, ਕੀ ਤੁਸੀਂ ਆਇਡੈਂਟੀਫਾਈ ਕਰਨਾ ਇੱਕ ਵਾਕ ਦੇ ਵਿੱਚੋਂ ਕਿ ਨਾਊਨ ਕਿਹੜਾ ਹੈ, ਪ੍ਰਨਾਊਨ ਕਿਹੜਾ ਹੈ, ਵਰਬ ਕਿਹੜੀ ਹੈ, ਐਡਵਰਬ ਕਿਹੜੀ ਹੈ, ਆਰਟੀਕਲ ਕਿਹੜਾ ਹੈ, ਪ੍ਰੈਪੋਜੀਸ਼ਨ ਕਿਹੜੀ ਹੈ, ਕੰਜੰਕਸ਼ਨ ਕਿਹੜੀ ਹੈ, ਤੇ ਇੰਟਰਜੈਕਸ਼ਨ ਕਿਹੜੀ। ਤਾਂ ਤੁਹਾਨੂੰ ਇਹ ਆਇਡੈਂਟੀਫਾਈ ਕਰਨਾ ਆਉਣਾ ਬਹੁਤ ਜ਼ਰੂਰੀ ਹੈ। ਤੇ ਤੁਸੀਂ ਦੇਖੋ ਇੱਕ ਇਜ ਹੈ, ਇਜ ਆਪਾਂ ਹਰ ਇੱਕ ਥਾਂ ਤੇ ਯੂਜ਼ ਕਰਦੇ ਹਾਂ ਆਪਾਂ, ਇਜ ਦੇ ਅੰਦਰ ਵੀ ਇੱਕ ਹੈਜ ਛੁਪਿਆ ਹੋਇਆ, ਹੈਜ, HAS, ਹੈਜ ਕੀ ਹੈ, ਛੁਪਿਆ ਹੋਇਆ। ਕਿਵੇਂ ਛੁਪਿਆ ਹੋਇਆ ਦੇਖੋ, ਮੈਂ ਇੱਕ ਐਸੇ ਲਿਖ ਦਾਂਗਾ, ਠੀਕ ਹੈ, ਇੱਕ ਦਾ ਕਾਊ ਤੇ, ਪਹਿਲਾਂ ਆਪਾਂ ਸਟਾਰਟਿੰਗ ਕਰਦੇ, ਦਾ ਕਾਊ ਇਜ਼
कुछ भी कर लो, बिग लिख लो, कुछ भी नाम लिख दो। उस तो बाद कहना इट हैज 4 ਲੈਗ, ਇਟ ਹੈਜ਼ 1 ਟੇਲ। ਉਹਦੀ ਆਪਾਂ ਹੈਜ ਨਾਲ ਲਿਖਣ ਲੱਗ ਗਏ ਨੇ ਉਸ ਤੋਂ ਬਾਅਦ। ਤਾਂ ਤੁਸੀਂ ਦੇਖੋ ਪਹਿਲਾਂ ਆਪਾਂ ਇਜ ਨਾਲ ਸਟਾਰਟ ਕੀਤਾ, ਉਸ ਤੋਂ ਬਾਅਦ ਆਪਾਂ ਹੈਜ ਲਾਉਣ ਲੱਗ ਗਏ। ਇਟ ਮੀਨਸ ਕਿ ਆਪਾਂ ਇਸ ਦੇ ਅੰਦਰ ਕੀ ਛੁਪਿਆ ਹੋਇਆ, ਇੱਕ ਹੈਜ ਛੁਪਿਆ ਹੈ। ਠੀਕ ਹੈ ਜੀ। ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕਰੋ ਕਿ ਇਹਦਾ ਮਤਲਬ ਕੀ ਹੈ, ਬਾਕੀ ਥਾਵਾਂ ਤੇ ਕਿਉਂ ਨਹੀਂ ਇਜ ਲਾਇਆ, ਆਪਾਂ ਤੇ ਹੈਜ ਕਿਉਂ ਲਾਇਆ। ਠੀਕ ਹੈ। ਇਹ ਐਕਚੁਅਲੀ ਕੀ ਹੈ, ਜਦੋਂ PhD ਕਰਦਾ ਕੋਈ ਇੰਗਲਿਸ਼ ਦੀ, ਤਾਂ ਵੱਖ-ਵੱਖ ਵਰਡਸ ਨੂੰ ਲੈ ਕੇ, ਕੌਮੇਸ ਨੂੰ ਲੈ ਕੇ, ਸੈਂਟੈਂਸਿਸ ਨੂੰ ਲੈ ਕੇ ਉਹ ਕੀ ਉਸ ਤੇ ਸਰਚ ਕਰਦਾ ਪੂਰੀ ਪ੍ਰੋਪਰਲੀ। ਤਾਂ ਉਸ ਤੋਂ ਆਪਣਾ ਆ ਗਈ ਟਾਈਪ ਆਫ ਸੈਂਟੈਂਸ, ਕਿ ਕਿੰਨੇ ਤਰ੍ਹਾਂ ਦੇ ਸੈਂਟੈਂਸ ਹੁੰਦੇ ਨੇ। ਜਿਵੇਂ ਡੈਕਲੇਰੇਟਿਵ ਕੀ ਇੱਕ ਸਟੇਟਮੈਂਟ ਸਕਦੀ ਹੈ, ਡਿਕਲੇਅਰ ਕਰਤੀ ਕੋਈ ਚੀਜ਼ ਸਟੇਟਮੈਂਟ, ਉਹ ਕੀ ਇੱਕ ਸਟੇਟਮੈਂਟ ਹੋ ਸਕਦੀ। ਕਿਵੇਂ ਹੋ ਸਕਦੀ ਹੈ, ਜਿਵੇਂ ਆਈ ਹੈਵ ਏ ਬਾਸਕਟਬਾਲ ਗੇਮ ਟੂ ਨਾਈਟ, ਆਈ ਜਸਟ ਫਿਨਿਸ਼ਡ ਰੀਡਿੰਗ ਦੈਟ ਬੁੱਕ। ਠੀਕ ਹੈ, ਇੱਕ ਸਿੰਪਲ ਆਪਣਾ ਵਾਕ ਬੋਲਤਾ, ਮੈਂ ਰੋਟੀ ਖਾਂਦਾ ਹਾਂ, ਕੁਛ ਵੀ ਕਰ ਲਓ, ਮੈਂ ਕੰਮ ਕਰ ਲਿਆ। ਇੱਕ ਆਮ ਵਾਕ। ਜਦੋਂ ਆਪਾਂ ਇਸੇ ਨੂੰ ਕੁਐਸਚਨ ਦੇ ਵਿੱਚ ਕਰਦੇ ਹਾਂ, ਉਹਨੂੰ ਕੀ ਬੋਲਦੇ ਹਾਂ, ਇੰਟੈਰੋਗੇਟਿਵ। ਕਿ ਤੂੰ ਰੋਟੀ ਖਾ ਲਈ ਵੀ, ਕੀ ਤੂੰ ਖੇਡਿਆ ਸੀ ਅੱਜ, ਮੂਹਰੇ ਕੀ ਲੱਗ ਜਾਂਦਾ। ਵਿਲ ਯੂ ਕਮ ਟੂ ਮਾਈ ਗੇਮ, ਕੀ ਤੁਸੀਂ ਆਵੋਗੇ। ਹੈਵ ਯੂ ਐਵਰ ਐਂਡ ਰੀਡ ਦਿਸ ਬੁੱਕ, ਕੀ ਤੁਸੀਂ ਪੜ੍ਹੀ ਹੈ ਰੀਡ ਪਹਿਲਾਂ। ਆਪਾਂ ਉੱਥੇ ਕੁਐਸਚਨ ਮਾਰਕ ਹੋਣਾ ਬਹੁਤ ਜ਼ਰੂਰੀ ਹੈ ਪਿੱਛੇ। ਜੇ ਕੁਐਸਚਨ ਮਾਰਕ ਨਹੀਂ ਲੱਗਿਆ ਬਟ ਤੁਸੀਂ ਮੂਹਰੇ ਬਿੱਲ ਲਾਤਾ, ਮਗਰ ਕੁਐਸਚਨ ਮਾਰਕ ਨਹੀਂ ਲੱਗਿਆ, ਤਾਂ ਤੁਹਾਡਾ ਕੀ ਹੈ ਜੀ, ਇਨਕਰੈਕਟ ਹੈ ਜਿਹੜਾ, ਤੁਹਾਨੂੰ ਮਾਰਕਸ ਨਹੀਂ ਦਿੱਤੇ ਜਾਣਗੇ ਉੱਥੇ। ਕਿਉਂਕਿ ਜਿਹੜੇ ਇੰਟੈਰੋਗੇਟਿਵ ਸੈਂਟੈਂਸ ਦੀ ਜਿਹੜੀ ਪਹਿਚਾਣ ਆ, ਤੁਹਾਡੇ ਇੱਕ ਕੁਐਸਚਨ ਮਾਰਕ ਚਿੰਨ੍ਹ ਤੋਂ ਹੀ ਪਹਿਚਾਣ ਹੈ। ਉਸ ਤੋਂ ਬਾਅਦ ਐਕਸਕਲੇਮੇਟਰੀ, ਜਿਸ ਵਿੱਚ ਆਪਾਂ ਫੀਲਿੰਗਸ ਨੂੰ ਆਪਣੀ ਡਿਫਾਈਨ ਕਰਦੇ ਹਾਂ। ਵੀ ਵੌਨ ਦਾ ਗੇਮ, ਕਿ ਅਸੀਂ ਕੀ ਹੈ ਜੀ, ਖੇਡ ਕੇ ਜਿੱਤਿਆ ਜਾਂ ਮੈਚ ਜਿੱਤਿਆ, ਉਸ ਦੇ ਮਗਰ ਆਪਾਂ ਇੱਕ ਨਿਸ਼ਾਨ ਦਿੱਤਾ। ਠੀਕ ਹੈ ਜੀ। ਤਾਂ ਉੱਥੇ ਪਤਾ ਲੱਗਿਆ ਇਹ ਕੀ ਹੈ, ਐਕਸਕਲੇਮੇਟਰੀ ਆਪਣਾ ਕੀ ਹੈ, ਇੱਕ ਸੈਂਟੈਂਸ ਹੈ। ਇੰਪੈਰੇਟਿਵ ਕੀ ਹੈ, ਇੰਪੈਰੇਟਿਵ ਜਿਵੇਂ ਤੁਹਾਨੂੰ ਦੱਸਿਆ ਕੱਲ ਵੀ, ਪੈਸਿਵ ਵੌਇਸ, ਪਲੀਜ਼ ਹੈਲਪ ਦਾ ਪੂਅਰ। ਠੀਕ ਹੈ ਜੀ, ਹੈਲਪ ਕਰਨਾ, ਜਾਂ ਓਪਨ ਦਾ ਡੋਰ, ਆਪਾਂ ਰਿਕੁਐਸਟ ਕਰ ਰਹੇ ਹਾਂ ਜਾਂ ਕਿਸੇ ਨੂੰ ਕਮਾਂਡ ਦੇ ਰਹੇ ਹਾਂ। ਠੀਕ ਹੈ, ਤਾਂ ਉੱਥੇ ਇੱਕ ਇੰਪੈਰੇਟਿਵ ਕੀ ਲਾਉਂਦੇ ਆਪਾਂ ਹੀ ਸੈਂਟੈਂਸ ਵੀ ਵਰਤ ਸਕਦੇ ਹਾਂ, ਜਿਵੇਂ ਪਲੀਜ਼ ਕਮ, ਪਲੀਜ਼ ਸਿਟ ਡਾਊਨ। ਠੀਕ ਹੈ, ਓਪਨ ਦਾ ਡੋਰ। ਤਾਂ ਇੱਥੇ ਆਪਾਂ ਇੱਕ ਰਿਕੁਐਸਟ ਵੀ ਕਰ ਰਹੇ ਹਾਂ, ਨਾਲ ਨਾਲ ਕਿਤੇ ਆਪਾਂ ਕਮਾਂਡ ਵੀ ਦੇ ਰਹੇ ਹਾਂਗੇ, ਪਲੀਜ਼ ਕਮ ਐਂਡ ਵਾਚ ਮੀ ਪਲੇ। ਠੀਕ ਹੈ, ਰੀਡ ਦਿਸ ਅਮੇਜ਼ਿੰਗ ਬੁੱਕਸ। ਠੀਕ ਹੈ, ਮਗਰ ਇਹਨਾਂ ਦੇ ਵੀ ਇੱਕ ਇੰਪੈਰੇਟਿਵ ਚਿੰਨ੍ਹ ਲੱਗਿਆ ਹੋਏਗਾ, ਨਾਲ ਡੋਟ ਲੱਗਿਆ ਹੈ। ਤਾਂ ਆਪਾਂ ਇਹਨਾਂ ਤੋਂ ਪਤਾ ਲੱਗ ਜਾਂਦਾ ਕਿ ਇੱਕ ਇੰਟੈਰੋਗੇਟਿਵ ਸੈਂਟੈਂਸ ਹੈ, ਇੰਪੈਰੇਟਿਵ ਹੈ, ਡੈਕਲੇਰੇਟਿਵ ਹੈ। ਠੀਕ ਹੈ, ਤਾਂ ਇਸ ਚੀਜ਼ ਦੀ ਤੁਹਾਨੂੰ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਇਹ ਆਪਾਂ ਐਕਟਿਵ ਪੈਸਿਵ ਵੌਇਸ ਕਰ ਲਈ ਸੀ। ਮੈਂ ਫਿਰ ਵੀ ਤੁਹਾਨੂੰ ਇੱਕ 2-4 ਮਿੰਟ ਲਗਾਉਣਾਗਾ। ਪਹਿਲਾਂ ਇਹ ਪ੍ਰਿੰਟ ਸਿੰਪਲ, ਇੱਥੇ ਦੇਖੋ ਆਈ ਰਾਈਟ ਏ ਲੈਟਰ, ਤੁਹਾਨੂੰ ਦੱਸਿਆ ਸੀ ਬੀ ਨਾਲ ਥਰਡ ਦੀ ਫਾਰਮ ਨੂੰ ਹੀ ਚੇਂਜ ਕਰਨਾ ਹੈ। ਲੈਟਰ ਕੀ ਹੈ, ਇੱਕ ਆਬਜੈਕਟ ਹੈਗਾ, ਆਈ ਕੀ ਹੈ ਸਬਜੈਕਟ ਹੈ, ਰਾਈਟ ਕੀ ਇੱਕ ਵਰਬ ਹੈ। ਬੀ ਨਾਲ ਵਰਬ ਦੀ ਥਰਡ ਫਾਰਮ ਲੱਗੂਗੀ ਪੈਸਿਵ ਦੇ ਵਿੱਚ ਹਮੇਸ਼ਾ। ਤਾਂ ਜਿੰਨੀਆਂ ਵੀ ਤੁਸੀਂ ਦੇਖੋਗੇ ਵਰਬ ਦੀਆਂ ਫਾਰਮਾਂ ਹਮੇਸ਼ਾ ਵਰਬ ਕੀ ਥਰਡ ਫਾਰਮ ਲੱਗੀ ਹੈ, ਦੇਖੋ ਰਿਟਨ ਲੱਗੀ ਹੋਈ ਹੈ ਸਾਰਿਆਂ ਦੀ। ਬਟ ਜਿਹੜਾ ਬੀ ਹੈ, ਉਹ ਬੀ ਕਿਹਨੂੰ ਦੇਖ ਕੇ ਲੱਗਿਆ ਜੀ, ਸਬਜੈਕਟ ਨੂੰ ਦੇਖ ਕੇ ਲੱਗਿਆ। ਜਿਵੇਂ ਜਿਹੜੀ ਵਰਬ ਦੀ ਫਾਰਮ ਨੂੰ ਦੇਖ ਕੇ ਲੱਗਿਆ, ਜਿਵੇਂ ਫਸਟ ਫਾਰਮ ਹੈ ਰਾਈਟ ਇਜ਼ ਰਿਟਨ, आई एम की बनाता है इज बीइंग, क्योंकि ING है, इसे बीइंग लग गया। सेकंड फॉर्म रोट है, इस करके वाज लग गया, वाज रिटन। उस वाज राइटिंग है, इस करके की लग गई, वाज बीइंग लग गया। ING थां की लग जाता है बीइंग लग जाता, बी नाल हैव नाल की लगता है बीन लगता होंगे, क्योंकि बी वाज बीन थर्ड फॉर्म की बीन हो जाती है, इस करके इतने थर्ड है पास्ट प्रेजेंट परफेक्ट कंटिन्यू अपना टेंस हैगा। उस तो ही पास्ट परफेक्ट हैगा। ਇਹ ਲੈਟਰ ਹੈਡ ਵੀ ਥਰਡ ਫਾਰਮ ਹੈਗੀ। ਠੀਕ ਹੈ ਜੀ, ਲੱਗਦੀ ਕੀ ਨਾ ਲੱਗਦੀ ਇਹ, ਜਦੋਂ ਕੰਮ ਕੋਈ ਚੀਜ਼ ਹੋ ਚੁੱਕਿਆ ਹੋਵੇ ਪਹਿਲਾਂ। ਠੀਕ ਹੈ ਜੀ, ਇਹ ਕਿਵੇਂ ਪਤਾ ਲੱਗਿਆ ਆਪਾਂ ਨੂੰ, ਹੈਡ ਨਾਲ ਜਦੋਂ ਥਰਡ ਫਾਰਮ ਲੱਗ ਗਈ, ਇਟ ਮੀਨਸ ਕੀ ਹੈ ਪਾਸਟ ਪਰਫੈਕਟ ਹੈ। ਜਿਹੜਾ ਪਾਸਟ ਦੇ ਵਿੱਚ ਹੈਡ ਯੂਜ਼ ਹੁੰਦਾ, ਹੈਵ ਕਿੱਥੇ ਯੂਜ਼ ਹੁੰਦਾ ਜੀ, ਪ੍ਰੈਜ਼ੈਂਟ ਦੇ ਵਿੱਚ ਹੁੰਦਾ ਹੈ। ਪਰਫੈਕਟ ਦਾ ਕਿਵੇਂ ਪਤਾ ਲੱਗਿਆ, ਕਿਉਂਕਿ ਇੱਥੇ ਥਰਡ ਫਾਰਮ ਲੱਗੀ ਹੋਈ ਹੈ। ਆਈ ਵਿਲ ਰਾਈਟ ਏ ਲੈਟਰ, ਬਿਲ ਨਾਲ ਹਮੇਸ਼ਾ ਬੀ ਲੱਗੂਗਾ। ਠੀਕ ਹੈ ਜੀ, ਆਈ ਐਮ ਗੋਇੰਗ ਟੂ ਰਾਈਟ ਏ ਲੈਟਰ, ਇੱਥੇ ਟੂ ਤੋਂ ਬਾਅਦ ਲੱਗੂਗਾ, ਕਿਉਂਕਿ ਇੱਕ ਇਨਫਿਨਿਟਿਵ ਸੈਂਟੈਂਸ ਬਣ ਜਾਂਦਾ ਇਹ। ਮਸਟ ਕੀ ਤੁਹਾਡਾ ਮੋਡਲ ਹੈ, ਇਹਦੇ ਨਾਲ ਵੀ ਕੀ ਲੱਗੂਗਾ ਜੀ, ਬੀ ਲੱਗੂਗਾ। ਇਹ ਲੈਟਰ ਮਸਟ ਬੀ ਰਿਟਨ, ਸ਼ੁੱਡ ਹੈਵ ਪਤਾ ਲੱਗ ਗਿਆ ਆਪਾਂ ਨੂੰ ਥਰਡ ਫਾਰਮ ਹੋਊਗੀ ਇਸ ਨਾਲ, ਹੈਵ ਨਾਲ ਥਰਡ ਫਾਰਮ ਲੱਗੀ ਹੈ ਰਿਟਨ, ਇਸ ਕਰਕੇ ਲੱਗੂਗੀ ਸ਼ੁੱਡ ਹੈਵ ਬੀਨ ਰਿਟਨ। ਤਾਂ ਆਪਾਂ ਇਸ ਤਰ੍ਹਾਂ ਬੀ ਨੂੰ ਲੈ ਕੇ ਹੀ ਚੱਲਣਾ ਹੈਗਾ, ਬੀ ਨਾਲ ਹਮੇਸ਼ਾ ਵਰਬ ਦੀ ਥਰਡ ਫਾਰਮ। ਬਸ ਦੋ ਗੱਲਾਂ ਧਿਆਨ 'ਚ ਰੱਖਣੀਆਂ, ਇੱਕ ਤਾਂ ਵਰਬ ਦੀ ਫਾਰਮ ਚੇਂਜ ਕਰਨਾ ਹੈ, ਕੋਈ ਮਰਜ਼ੀ ਹੋਵੇ ਉਹਨੂੰ ਤੀਜੀ ਫਾਰਮ ਚੇਂਜ ਕਰਨਾ ਹੈ। ਠੀਕ ਹੈ,
बट ਆਪਾਂ ਜਿਹੜੀ ਬੀ ਨੂੰ ਦੇਖਣਾ ਉਹ ਬੀ ਨੂੰ ਕਿਉਂ ਦੇਖਾਂਗੇ ਆਪਾਂ ਜਿਹੜਾ ਐਕਟਿਵ ਦੇ ਵਿੱਚ ਵਰਬ ਕਿਹੜੀ ਯੂਜ਼ ਕੀਤੀ ਪਹਿਲੀ ਕੀਤੀ ਹੈ ਤਾਂ ਇਜ ਲਾਵਾਂਗੇ ਇਜ ਐਮ ਆਰ ਜੇ ਆਈਐਨਜੀ ਹੈ ਤਾਂ ਇਜ ਬੀਇੰਗ ਲੱਗ ਜੂ ਇਜ ਐਮ ਆਰ ਬੀਇੰਗ ਜੇ ਸੈਕਿੰਡ ਹੈ ਤਾਂ ਵਾਜ ਵਰ ਲੱਗੂਗਾ ਥਰਡ ਹੈ ਤਾਂ ਬੀਨ ਲੱਗੂਗਾ ਉਹਦੇ ਨਾਲ ਠੀਕ ਹੈ ਇਹ ਤੁਹਾਨੂੰ ਦੱਸ ਵੀ ਦਿੱਤਾ ਪਹਿਲਾਂ ਵੀ ਪਾਰਟ ਆਫ ਸਪੀਚ ਦੇ ਨੇ ਠੀਕ ਹੈ ਕੀ ਕੰਮ ਹੈ ਤੁਹਾਨੂੰ ਸਕਰੀਨਸ਼ਾਟ ਵੀ ਭੇਜਦੇ ਆ ਪਿਕਸ ਵੀ ਭੇਜਦੇ ਆ ਪਲੀਜ਼ ਰੀਡ ਇਟ ਉਸ ਤੋਂ ਬਾਅਦ ਗਈ ਬੀ ਕੇਅਰਫੁਲ ਵਿਦ ਅਪੋਸਟ੍ਰੋਫੀ ਠੀਕ ਹੈ ਅਪੋਸਟ੍ਰੋਫੀ ਦਾ ਮਤਲਬ ਕੀ ਹੁੰਦਾ ਜੀ ਇੱਕ ਐਸ ਜੀ ਲੱਗੀ ਹੁੰਦੀ ਆਪਾਂ ਨੂੰ ਦੇਖਦੇ ਹਾਂ ਆਪਾਂ ਜੋ ਸੈਂਟੈਂਸ ਜਿਵੇਂ ਰਾਮਜ਼ ਫਾਦਰ ਠੀਕ ਹੈ ਆਪਾਂ ਇਜ ਨਹੀਂ ਪਾਉਂਦੇ ਤੇ ਐਸ ਸਿੰਪਲੀ ਲਿਖ ਦੇਣੇ ਪਾ ਕੇ ਅਪੋਸਟ੍ਰੋਫੀ ਜਿਹੜੀ ਆ ਚੀਜ਼ ਨੇ ਇਹਨੂੰ ਬੋਲਦੇ ਆ ਅਪੋਸਟ੍ਰੋਫੀਜ਼ ਠੀਕ ਹੈ ਤਾਂ ਸਿੰਗੂਲਰ ਦੇ ਵਿੱਚ ਕਿਵੇਂ ਕਰਦੇ ਆਪਾਂ ਜਿਵੇਂ ਦਾ ਬੀਜ਼ ਹਾਈਵ ਇੱਥੇ ਕੀ ਇੱਕ ਐਸ ਲਾਤੀ ਦਾ ਬੀਜ਼ ਇੱਥੇ ਇੱਕ ਮੱਖੀ ਦੀ ਗੱਲ ਕੀਤੀ ਹੈ ਜਿਹੜਾ ਹਾਈਵ ਦਾ ਕੀ ਹੈ ਇਹ ਛੱਤਾ ਕਹਿੰਦੇ ਆਪਾਂ ਜਾਂ ਉਹਦੀ ਢੇਰੀ ਜੀ ਹੁੰਦੀ ਉਹਨੂੰ ਮੈਂ ਧਿਆਨ ਚ ਜਿਹੜਾ ਘਰ ਜਾ ਕਹਿੰਦੇ ਉਹਨੂੰ ਮੈਂ ਨਾ ਭੁੱਲ ਗਿਆ ਪੰਜਾਬੀ ਚ ਕੀ ਲਿਖਦੇ ਨੇ ਪ੍ਰੋਪਰ ਠੀਕ ਹੈ ਦਾ ਹਾਈਵ ਬਿਲੋਂਗਸ ਟੂ 1 ਬੀ ਜਿਹੜਾ ਹਾਈਵ ਆ ਆਹ ਚੀਜ਼ ਹੈ ਇਹ ਇੱਕ ਬੀ ਦੇ ਲਈ ਹੈ ਇੱਕ ਮੱਖੀ ਦੇ ਲਈ ਗੱਲ ਕਰ ਰਿਹਾ ਇਸ ਕਰਕੇ ਇੱਥੇ ਬੀ ਤੋਂ ਬਾਅਦ ਕੀ ਲੱਗਿਆ ਜੀ ਕੋਮਾ ਲਾ ਕੇ ਐਸ ਬਟ ਇੱਥੇ ਕਿ ਬਹੁਤ ਸਾਰੀਆਂ ਪਲੂਰਲ ਦੇ ਵਿੱਚ ਕੀ ਇਹ ਸਿੰਗੂਲਰ ਸੀ ਇੱਥੇ ਪਲੂਰਲ ਹੈ ਇੱਥੇ ਆਪਾਂ ਐਸ ਨਹੀਂ ਲਾਉਂਦੇ ਇੱਥੇ ਇਕੱਲਾ ਕੀ ਲਾਵਾਂਗੇ ਜੀ ਐਸ ਤੋਂ ਬਾਅਦ ਲਾਵਾਂਗੇ ਕਿਉਂਕਿ ਆਪਾਂ ਨੂੰ ਪਤਾ ਜਦੋਂ ਬਹੁਵਚਨ ਹੋਵੇ ਤਾਂ ਐਸ ਜਾਂ ਈ ਐਸ ਪਹਿਲੇ ਹੀ ਲੱਗ ਜਾਂਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਲਾਵਾਂਗੇ ਜਸਟ ਉੱਪਰ ਕੋਲਨ ਲਾਵਾਂਗੇ ਜਿਹੜਾ ਕੋਰਸ ਦਾ ਨਿਸ਼ਾਨ ਬਣਿਆ ਉਹੀ ਲਗਾਵਾਂਗੇ ਜਿਹਨੂੰ ਬੋਲਦੇ ਆਪਾਂ ਅਪੋਸਟ੍ਰੋਫੀ ਦਾ ਹਾਈਜ਼ ਬਿਲੋਂਗ ਟੂ ਮੋਰ ਦੈਨ 1 ਬੀ ਤਾਂ ਇੱਥੋਂ ਪਤਾ ਲੱਗਿਆ ਆਪਾਂ ਨੂੰ ਜਿਹੜਾ ਡਬਲ ਈ ਐਸ ਹੈ ਕਿ ਬਹੁਤ ਸਾਰੀਆਂ ਮੱਖੀਆਂ ਦੀ ਗੱਲ ਹੋ ਰਹੀ ਹੈ ਇੱਥੇ ਕੀ ਹੈ ਇੱਕ ਮੱਖੀ ਦੀ ਗੱਲ ਹੋ ਰਹੀ ਸੀ ਜਿਵੇਂ ਇੱਥੇ ਦਾ ਗਰਲ ਇਜ਼ ਗਿਫਟ ਠੀਕ ਹੈ ਇੱਕ ਕੁੜੀ ਦਾ ਗਿਫਟ ਹੈ ਇੱਥੇ ਕੀ ਹੈ ਬਹੁਤ ਸਾਰੀਆਂ ਕੁੜੀਆਂ ਦਾ ਕੀ ਹੈ ਗਿਫਟਸ ਨੇ ਠੀਕ ਹੈ ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਨੇ ਕੀ ਲਾਉਣਾ ਜੀ ਜਿਹੜਾ ਅਪੋਸਟ੍ਰੋਫੀ ਲਗਾਉਣਾ ਗਾ ਜੇ ਸਿੰਗੂਲਰ ਦੀ ਗੱਲ ਹੈ ਤਾਂ ਆਪਾਂ ਜਿਵੇਂ ਰਾਮ ਤੋਂ ਬਾਅਦ ਆਪਾਂ ਕੋਮਾ ਲਗਾ ਕੇ ਐਸ ਲਈਏ ਤਾਂ ਰਾਮ ਇਜ਼ ਕੀ ਉਹਦਾ ਇਕੱਲੇ ਦਾ ਠੀਕ ਹੈ ਜਾਂ ਬਹੁਤ ਸਾਰੇ ਲਈਏ ਤਾਂ ਉੱਥੇ ਕੀ ਹੈ ਆਪਾਂ ਪਹਿਲੇ ਹੀ ਰਾਮਜ਼ ਬਣਾ ਲਾਂਗੇ ਬਹੁਤ ਸਾਰੇ ਰਾਮਾਂ ਠੀਕ ਹੈ ਉਸ ਤੋਂ ਬਾਅਦ ਉਹਨਾਂ ਦਾ ਕੁਝ ਵੀ ਆਪਾਂ ਡਿਫਾਈਨ ਕਰ ਸਕਦੇ ਠੀਕ ਹੈ ਉਸ ਤੋਂ ਬਾਅਦ ਤੁਹਾਡੀ ਇੱਕ ਡਬਲਯੂ ਫੈਮਿਲੀ ਦੇ ਕੁਝ ਨਾਲ ਸੰਬੰਧਿਤ ਨੇ ਕੀ ਕੰਮ ਕਰਦੇ ਹੂ ਕਦੋਂ ਗੱਲ ਕਰਦੇ ਆਪਾਂ ਹੂ ਦੀ ਜਦੋਂ ਆਪਾਂ ਕਿਸੇ ਨੂੰ ਪੁੱਛਣਾ ਹੋਵੇ ਕੌਣ ਹੈ ਨਾ ਆਸਕਿੰਗ ਅਬਾਊਟ ਏ ਪਰਸਨ ਕੀ ਹੈ ਜੀ ਆਸਕਿੰਗ ਅਬਾਊਟ ਏ ਪਰਸਨ ਆਪਾਂ ਬੋਲਣਾ ਹੂ ਆਰ ਯੂ ਜਾਂ ਹੂ ਆਰ ਯੂਅਰ ਬੈਸਟ ਫਰੈਂਡ ਤੁਹਾਡੇ ਬੈਸਟ ਫਰੈਂਡ ਕਿਹੜਾ ਤੁਹਾਡਾ ਹੈ ਨਾ ਤਾਂ ਮੂਰੇ ਹੂ ਦਾ ਮਤਲਬ ਕਿ ਇਹ ਕੌਣ ਹੈ ਤਾਂ ਜਦੋਂ ਆਪਾਂ ਕਿਸੇ ਪੁੱਛਣਾ ਹੋਵੇ ਕੌਣ ਹੈ ਹੂ ਇਜ਼ ਸਪੀਕਿੰਗ ਜਿਵੇਂ ਕੋਈ ਗੱਲ ਕਰ ਰਿਹਾ ਤਾਂ ਆਪਾਂ ਕਹਿੰਦੇ ਬੋਲਦੇ ਹੂ ਇਜ਼ ਸਪੀਕਿੰਗ ਕੌਣ ਬੋਲ ਰਿਹਾ ਠੀਕ ਹੈ ਤੇ ਰਾਮ ਇਜ਼ ਸਪੀਕਿੰਗ ਦਿਸ ਟਾਈਪ ਆਪਾਂ ਕੀ ਸੈਂਟੈਂਸ ਨੂੰ ਯੂਜ਼ ਕਰ ਉਸ ਵੇਅਰ ਆਸਕਿੰਗ ਅਬਾਊਟ ਏ ਪਲੇਸ ਠੀਕ ਹੈ ਆਪਾਂ ਕਿਸੇ ਜਗ੍ਹਾ ਬਾਰੇ ਪੁੱਛਣਾ ਕਿੱਥੇ ਜਾ ਰਹੇ ਹਾਂ ਵੇਅਰ ਆਰ ਯੂ ਗੋਇੰਗ ਵੇਅਰ ਡੂ ਯੂ ਲਿਵ ਕਿੱਥੇ ਰਹਿੰਦੇ ਹੋਗੇ ਕਿ ਜਗ੍ਹਾ ਤੇ ਪੁੱਛ ਰਹੇ ਨਾ ਪਰ ਕਿੱਥੇ ਜਾ ਰਿਹਾ ਹੈ ਠੀਕ ਹੈ ਜਾਂ ਕਿਤੇ ਰਹਿੰਦਾ ਤਾਂ ਬੋਲਦੇ ਆਪਾਂ ਵੇਅਰ ਡੂ ਯੂ ਲਿਵ ਠੀਕ ਹੈ ਤਾਂ ਮਗਰ ਹਮੇਸ਼ਾ ਕੀ ਲੱਗੂ ਇੱਥੇ ਜੀ ਕੁਐਸਚਨ ਮਾਰਕ ਲੱਗਿਆ ਹੋਊਗਾ ਤੁਹਾਨੂੰ ਮਿਲੂਗਾ ਜਦੋਂ ਡਬਲਯੂ ਦੀ ਆਪਾਂ ਡਬਲਯੂ ਫੈਮਿਲੀ ਦੀ ਗੱਲ ਕਰ ਰਹੇ ਹਾਂ ਉਸ ਵਟ ਦਾ ਮਤਲਬ ਕੀ ਇੱਕ ਵਰਬ ਨੂੰ ਲੈ ਕੇ ਚੱਲ ਜਾਂਦਾ ਹੈ ਵਰਬ ਕੀ ਹੈ ਨਾ ਜੀ ਵਟ ਆਸਕਿੰਗ ਅਬਾਊਟ ਏ ਥਿੰਗ ਕੀ ਹੈ ਨਾ ਵਾਟ ਇਜ਼ ਹਰ ਫੇਵਰੇਟ ਕਲਰ ਤੁਹਾਡਾ ਕਲਰ ਕੀ ਹੈ ਫੇਵਰੇਟ ਮਨਪਸੰਦ ਕਲਰ ਕਿਹੜਾ ਤੁਹਾਡਾ ਠੀਕ ਹੈ ਜੀ ਵੈਨ ਕਿ ਕਦੋਂ ਕਿਸੇ ਚੀਜ਼ ਦਾ ਐਕਟੀਵਿਟੀ ਦਾ ਕਿਸੇ ਟਾਈਮ ਦਾ ਇਵੈਂਟ ਦਾ ਫੰਕਸ਼ਨ ਦਾ ਹੋਣਾ ਕਿਸੇ ਟਾਈਮ ਨੂੰ ਤਾਂ ਆਪਾਂ ਬੋਲਦੇ ਹਾਂ ਕਦੋਂ ਠੀਕ ਹੈ ਜੀ ਆਸਕਿੰਗ ਅਬਾਊਟ ਏ ਟਾਈਮ ਆਫ ਐਨ ਇਵੈਂਟ ਕਿਸੇ ਇਵੈਂਟ ਦਾ ਟਾਈਮ ਜਾਂ ਕੋਈ ਵੀ ਆਪਣੀ ਗਤੀਵਿਧੀ ਹੈ ਉਸ ਦੇ ਬਾਰੇ ਗੱਲ ਕਰੀਏ ਤਾਂ ਬੋਲਦੇ ਆਪਾਂ ਜੀ ਵੈਨ ਇਜ਼ ਹਿਜ ਬਰਥਡੇ ਕੀ ਉਹਦਾ ਬਰਥਡੇ ਕਦੋਂ ਹਿਜ ਤੇ ਹਰ ਦਾ ਤੁਹਾਨੂੰ ਪਤਾ ਹੈ ਹਿਜ ਕਦੋਂ ਲੱਗਦਾ ਜੀ ਮੁੰਡੇ ਦੇ ਲਈ ਲੱਗਦਾ ਜੀ ਠੀਕ ਹੈ ਜੀ ਹਰ ਕਿਸੇ ਲਈ ਲੱਗਦਾ ਜੀ ਕੁੜੀਆਂ ਦੇ ਲਈ ਆਪਾਂ ਵਰਤ ਜੇ ਹਰ ਲੱਗਦਾ ਤਾਂ ਕੁੜੀਆਂ ਕੀ ਕਦੋਂ ਸੀ ਵਾਈ ਜਦੋਂ ਆਪਾਂ ਕਿਸੇ ਨੂੰ ਰੀਜਨ ਪੁੱਛਣਾ ਹੋਵੇ ਵਾਈ ਆਰ ਯੂ ਲੇਟ ਠੀਕ ਹੈ ਵਾਈ ਆਰ ਯੂ ਕਰਾਈਂਗ ਕਿਉਂ ਰੋ ਰਹੇ ਜਾਂ ਵੱਖ ਵੱਖ ਆਪਣੇ ਕੋਲ ਸੀ ਕੀ ਨੇ ਜੀ ਇੱਥੇ ਡਬਲਯੂ ਫੈਮਿਲੀ ਦੇ ਕੀ ਨੇ ਵਰਡ ਨੇ ਆਸਕਿੰਗ ਫॉर ਅ ਰੀਜ਼ਨ ਵਾਈ ਆਰ ਦੇ ਆਲਵੇਜ਼ ਲੇਟ ਕਿਉਂ ਲੇਟ ਹੁੰਦਾ ਹੈ ਠੀਕ ਹੈ ਉਹ ਕਿਉਂ ਲੇਟ ਹੁੰਦੇ ਨੇ ਹਰ ਰੋਜ਼ ਆਲਵੇਜ਼ ਹਮੇਸ਼ਾ ਵਿੱਚ ਦਾ ਆਪਾਂ ਜਦੋਂ ਕਿਸੇ ਚੀਜ਼ ਨੂੰ ਚੋਇਸ ਕਰ ਰਹੇ ਹੋਈਏ ਮੰਨ ਲਓ ਤੁਹਾਡੇ ਕੋਲ 500 ਚੀਜ਼ਾਂ ਪਈਆਂ ਨੇ 5 ਬੁੱਕਸ ਪਈਆਂ ਨੇ ਤਾਂ I tell you which one book you have read it ਠੀਕ ਹੈ ਜੀ ਕਿ ਤੁਸੀਂ 5 ਬੁੱਕਸ ਦੇ ਵਿੱਚੋਂ ਕਿਹੜੀ ਬੁੱਕਸ ਇੱਕ which one
बुक हैव यू रीड कि तुसी केड़ी बुक नू रीड कर चुके हो विच वन, ठीक है। तो इन्होंने लिखा जी आस्किंग अबाउट एन ऑप्शन ਜਾਂ चॉइस, जो तुसी अपनी ऑप्शन ਜਾਂ चॉइस ਨੂੰ ਰੱਖਦੇ ਹੋ ਤਾਂ ਆਪਾਂ ਉੱਥੇ ਕੀ ਲਾਉਂਦੇ ਹਾਂ ਵਿੱਚ, ठीक है। ਹੁਣ ਬੋਲਦੇ ਹਾਂ ਵਿਚ ਕਲਾਸ ਡੂ ਯੂ ਰੀਡ ਇਨ, ਕਿਉਂਕਿ ਆਪਣੇ ਸਕੂਲ ਦੇ ਵਿੱਚ ਪਤਾ ਹੈ ਕਿ ਬਹੁਤ ਸਾਰੀਆਂ ਕਲਾਸਾਂ ਹੁੰਦੀਆਂ ਨੇ, ਤਾਂ ਤੁਸੀਂ ਇੱਕ ਕਲਾਸ ਦੇ ਵਿੱਚ ਹੀ ਕੀ ਕਰ ਰਹੇ ਹੋ, ਰੀਡ ਕਰ ਰਹੇ ਹੋ, ਪੜ੍ਹ ਰਹੇ ਹੋ, ਠੀਕ ਹੈ। ਆਪਾਂ ਉੱਥੇ ਨਹੀਂ ਬੋਲਦੇ 9ਵੀਂ 6ਵੀਂ 7ਵੀਂ ਸਾਰਿਆਂ 'ਚ ਪੜ੍ਹ ਰਹੇ ਹਾਂ, ਵਿੱਚ ਵਨ ਆਪਾਂ ਇੱਕ ਕਲਾਸ ਦਾ ਹੀ ਕੀ ਕਰਦੇ ਉੱਥੇ ਨਾਮ ਦੱਸਦੇ। ਜਿਵੇਂ ਇਹਨਾਂ ਨੇ ਲਿਖਿਆ ਵਿਚ ਡੇ ਡੂ ਯੂ ਪ੍ਰੈਫਰ ਟੂ ਮੀਟਿੰਗ ਫॉर ए ਮੀਟਿੰਗ, ਤੁਸੀਂ ਕਿਹੜੀ ਦਿਨ ਨੂੰ ਪ੍ਰੈਫਰ ਕਰ ਰਹੇ ਹੋਗੇ ਮੀਟਿੰਗ ਦੇ ਲਈ, ਟੂਡੇ ਜਾਂ ਟਮਾਰੋ, ठीक है। जे तुसी चाह या कॉफ़ी लिखा हो इत्थे विच डू यू प्रैफर फॉर कॉफ़ी या टी, तो तुसी की कहोगे जी, अपना आंसर दोगे सिंपल टी, ठीक है, या कॉफ़ी। उस तो पुछते आप हाउ, कोई चीज़ का होना, किसी चीज़ का ना मैथ का कि ये काम किवें होया, ठीक है जी। आस्किंग अबाउट ए प्रोसीजर, किसी की विधि पूछने हैं, किसी का मैथड हाउ, तो हाउ कैन आई लर्न इंग्लिश करैक्टली, ठीक है। मैं जी इंग्लिश है किस तरह सीखता, प्रोसीजर की सीखने का, ठीक है। थोड़ी बकैब थोड़ी स्ट्रोंग होनी चाहिए है, शब्दावली, ठीक है, उन्होंने इंप्लीमेंट करना आना चाहिए तुहानूं। हाउ कैन आई लर्न इंग्लिश क्विकली, तो तुसीं दसता जी इत्थे क्विकली की है, एक एडवर्ब हैगा, ठीक है जी, एल बाई लग्या है ना इत्थे। तो इस तरह आप आइडेंटिफाई कर सकते हैं। हाउ मैनी की किसी की क्वांटिटी पता करनी अपने, जिमें हाउ मैनी मैंबरस इन द मैरिज, ठीक है, किन्ने मैंबर आए सी कमिंग इन द मैरिज या पार्टी, कुछ भी कह सकते क्वांटिटी, जिमें आस्किंग अबाउट ए नंबर। हाउ मैनी पीपल्स लिव इन दिस सिटी, किन्ने जिहड़े पीपल ने लोग ने रहिंदे ने इस शहर दे विच, हाउ मैनी, तो उस दे विच की लाने आपां मूरे हाउ मैनी यूज कर। हाउ मच मतलब किसी दी आपां क्वांटिटी एक चैक करते हैं, प्राइस ਨੂੰ अमाउंट ਨੂੰ ਲੈ ਕੇ ਚੈੱਕ ਕਰਦੇ ਹਾਂ ਜਾਂ ਪ੍ਰਾਈਸ ਨੂੰ ਲੈ ਕੇ ਚੈੱਕ ਕਰਦੇ ਹਾਂ, ਜੇ ਆਪਾਂ ਕਿਸੇ ਨੂੰ ਚਾਰजेस ਦੇਣੇ ਮਤਲਬ ਪੈਸੇ ਦੇਣੇ ਆ ਤਾਂ ਆਪਾਂ ਹਾਊ ਮਚ ਬੋਲਦੇ ਹਾਂ ਉੱਥੇ, ਠੀਕ ਹੈ। ਹਾਊ ਮਚ ਆਸਕਿੰਗ ਅਬਾਊਟ ਐਨ ਅਮਾਊਂਟ ਜਾਂ ਪ੍ਰਾਈਸ, ਹਾਊ ਮਚ ਮਨੀ ਵਿਲ ਆਈ ਨੀਡ, ਕਿ ਮੈਨੂੰ ਕਿੰਨੀ ਜ਼ਰੂਰਤ ਹੈ ਨਾ ਮਨੀ ਦੀ, ਤਾਂ ਆਪਾਂ ਉੱਥੇ ਇੱਕ ਆਸਕਿੰਗ ਪੁੱਛ ਰਹੇ ਹਾਂ ਕਿ 2000 ਚਾਹੀਦਾ 5000 ਚਾਹੀਦਾ ਬੋਲਦੇ ਹਾਂ। ਤਾਂ ਜੇ ਦੁੱਧ ਦੀ ਕੀ ਆਪਾਂ ਗਿਣ ਨਹੀਂ ਸਕਦੇ ਦੁੱਧ ਨੂੰ, ठीक है, हाउ मच उत्थे यूज करांगे आपां कि जिहड़ी चीज़ की गिनी ना जाए उत्थे आपां की करदे आपां ज़्यादातर एक हाउ मच नूं लैके चलदे, ठीक है। लिक्विड दे विच आपां इस तरह हाउ मच यूज करदे हैं। हाउ लॉन्ग बहुत जो टाइम हो जाए आपां मिले ना होइए, ठीक है, तो उत्थे भी आपां हाउ लॉन्ग भी बोल दिंदे आ। आस्किंग अबाउट ए लेंथ ऑफ टाइम जां साइज, ठीक है जी, टाइम ਨੂੰ ਲੈ ਕੇ ਵੀ ਕਹਿ ਸਕਦੇ ਹਾਂ, ਇੱਕ ਸਾਈਜ਼ ਨੂੰ ਵੀ ਕਹਿ ਸਕਦੇ ਹਾਂ। ਜਿਵੇਂ ਹਾਊ ਲੌਂਗ ਵਾਜ਼ ਦਾ ਫਿਲਮ, ਕਿੰਨੀ ਲੰਮੀ ਫਿਲਮ ਸੀ ਨਾ, ਫਿਰ ਆਪਾਂ ਕਹਿੰਦੇ ਟਾਈਮ ਦੱਸ ਦਿੰਦੇ 2 ਘੰਟਿਆਂ ਦੀ ਸੀ, 3 ਘੰਟਿਆਂ ਦੀ ਸੀ। ਉਸ ਤੋਂ ਇਹ ਹਾਊ ਫਾਰ, ਫਾਰ ਦਾ ਮਤਲਬ ਆਪਾਂ ਨੂੰ ਪਤਾ ਹੈਗਾ ਦੂਰ ਹੁੰਦਾ ਹੈਗਾ, ਠੀਕ ਹੈ। ਹਾਊ ਕਿੰਨਾ ਕੁ ਦੂਰ ਆ ਉਹ। ਆਸਕਿੰਗ ਅਬਾਊਟ ਏ ਡਿਸਟੈਂਸ, ਜਿਵੇਂ ਹਾਊ ਫਾਰ ਇਜ਼ ਯੂਨੀਵਰਸਿਟੀ ਫਰੋਮ ਯੂਅਰ ਹਾਊਸ, ਕਿਹੜੀ ਯੂਨੀਵਰਸਿਟੀ ਹੈ ਤੁਹਾਡੇ ਹਾਊਸ ਤੋਂ, ਘਰ ਤੋਂ ਕਿੰਨੀ ਕੁ ਦੂਰ ਹੈ। ਹਾਊ ਮੀਨਸ ਕਿੰਨੀ, ਫਾਰ ਮੀਨਸ ਦੂਰ। हाउ फार इज यूनिवर्सिटी फ्रॉम योर हाउस, ठीक है जी। उस तो ही हाउ ऑफ्टन जो असल में आम फ्रिक्वेंसी लैके चलते हैं आप, हाउ ऑफ्टन कि आस्किंग अबाउट फ्रिक्वेंसी कि तुसी उस टाइम उस काम को किन्ने बारी किया गा, हाउ फ्रिक्वेंसी दस दिने। हाउ ऑफ्टन डू यू विजिट योर ग्रैंड मदर, किन्ने बारी तू अपनी दादी को गया, ठीक है, तब उत्थे बोलते हैं हाउ ऑफ्टन, ठीक है। तो इस तरह अपने जिमें इस फिर वही चीज़ा ने जिमें नाउन दिखाते अलग अलग आइडिया, जॉब्स, एब्स्ट्रैक्ट नाउन, थिंग्स, pronoun instead of nouns, he, she, mine, his, describe noun, pretty, good, bad, long, short, verb action है कोई भी place ही, adverb describe करता है well, quickly, ठीक है, long, slowly, badly, well, badly जी बहुत ही ज़्यादा होवे, जिवें बोलते हैं आई मिस यू बैडली, मैं तेन बहुत ज़्यादा मिस कर रहा, ठीक है। जी सहन ना जॉब हो गए बोलते हैं बैडली चीज़ किसी चीज़। प्रैपोजिशन रिलेशनशिप शो कर रहे, तुहानूं पता है 2 तरह के आपां एट, इन नूं, ऑन नूं 2 थां ते वरतदे हैं, एक टाइम ऑफ प्लेस ते एक टाइम दी एक प्लेस लई, ठीक है। इंटरजैक्शन डिस्क्राइब करदा साउंड नूं, कंजंक्शन तुहाडा एक आ चीज़ सी तुहाडी वोकैबलरी, ठीक है। बस 5-7 मिनट आपां जिहड़े
7 ਮਿੰਟ ਲਗਾਵਾਂਗੇ ਵੋਕੈਬਲਰੀ ਜਿਹੜਾ ਵਰਡ ਦਾ ਮੀਨਿੰਗ ਕੀ ਹੈ। ਪਹਿਲਾ ਜਿਹੜਾ ਵਿਸਪਰਿੰਗ ਆਪਾਂ ਕਹਿੰਦੇ ਸੀ, ਵਿਸਪਰਿੰਗ ਆਪਾਂ ਗੱਲਬਾਤ ਕਰ ਰਹੇ ਸੌਫਟਲੀ ਆਪ 'ਚ ਘੁਸਰ ਮੁਸਰ ਜੀ ਕਰ ਦਿੰਦੇ ਆ, ਠੀਕ ਹੈ। ਉੱਥੇ ਬੋਲਦੇ ਆਪਾਂ ਸਪੀਕ ਵੈਰੀ ਸੌਫਟਲੀ, ਠੀਕ ਹੈ ਜੀ। ਗੋਸਿਪ ਕਰਦੇ ਆਪਾਂ, ਗੱਲਾਂ ਕਰਦੇ ਹਾਂ ਗੋਸਿਪ। ਉਸ ਤਰ੍ਹਾਂ ਹੀ ਮਾਮੇਬਲ ਸਪੀਕ ਸੌਫਟਲੀ ਬਟ ਕਲੀਅਰਲੀ ਨਹੀਂ। ਜੇ ਮੈਂ ਕਈ ਵਾਰ ਮਾਮੇਬਲ ਕਰ ਦੇਣਾ, ਕਈ ਵਾਰ ਬੋਲਦਾ ਸੌਫਟਲੀ, ਕਈ ਵਾਰ ਗੱਲ ਨਹੀਂ ਸਮਝ ਵੀ ਆਉਂਦੀ ਹੋਣੀ ਤੁਹਾਨੂੰ ਕਾਹਲੀ 'ਚ, ਠੀਕ ਹੈ। ਮੈਂਸ਼ਨ ਇੱਕ ਬ੍ਰਿੰਗ ਅਪ ਏ ਟੋਪਿਕ, ਤੁਹਾਨੂੰ ਕਹਿੰਦਾ ਮੈਂਸ਼ਨ ਯੋਰ ਨੇਮ ਔਨ ਯੋਰ ਸ਼ੀਟ, ਠੀਕ ਹੈ ਨਾ, ਲਿਖਦੇ ਨਾ ਬੋਲ ਮੈਂਸ਼ਨ ਯੋਰ ਰੋਲ ਨੰਬਰ ਸ਼ੀਟ 'ਤੇ, ਤਾਂ ਆਪਣੇ ਕਿ ਉਸ ਨੂੰ ਰਿਪਲਾਈ ਆਪਣੇ ਆਨਸਰ ਦੇ ਆਪਣਾ ਰਿਪਲਾਈ ਕਰੋ। ਰਿਸਪੌਂਸ ਵੀ ਕਹਿ ਦਿੰਦੇ ਆਪਾਂ ਇੱਥੇ। ਇਨਕੁਆਇਰੀ ਆਪਾਂ ਕਹਿੰਦੇ ਆਸ ਕੁਝ ਪੁੱਛਣਾ, ਇਨਕੁਆਇਰੀ ਦਫ਼ਤਰ। ਸਟਟਰਸ ਮਤਲਬ ਸਪੀਕ ਨਰਵਲੀ ਸੀ, ਜਿਵੇਂ ਕੋਈ ਬੁੜਬੜੂ ਜੇ ਕਰਕੇ ਬੁਲਾਉਂਦਾ ਹੋਵੇ ਤੋਤਲੇ ਵਾਂਗੂ ਹੈਲੋ ਵਿੱਚ, ਉਹਨੂੰ ਸਟਟਰਸ ਬੋਲਦੇ ਨੇ ਆਪਾਂ। ਸਟੈਮਰਸ ਸਪੀਕ ਨਰਵਲਸਲੀ ਮਤਲਬ ਕੀ ਹੈ, ਬੇਚੈਨ ਜਾ ਹੋ ਕੇ ਬੋਲੀ ਜਾਣਾ, ਸਟੈਮਰਸ। ਸ਼ਾਊਟ ਮਤਲਬ ਜਿਹੜਾ ਆਪਾਂ ਕਹਿੰਦੇ ਵਾਈ ਆਰ ਯੂ ਸ਼ਾਊਟਿੰਗ, ਕਲਾਸ ਵਿੱਚ ਸ਼ਾਊਟਿੰਗ ਹੁੰਦੀ ਰਹਿੰਦੀ ਹੈਗੀ, ਜਾਂ ਚੀਕ ਕੇ ਬੋਲਦਾ ਕੋਈ ਗੁੱਸੇ ਨਾਲ ਕਿ ਤੂੰ ਚੀਕਦਾ ਕਿਵੇਂ ਹੈਗਾ, ਸ਼ਾਊਟਿੰਗ, ਠੀਕ ਹੈ। ਜੈਜ਼ ਇਹ ਵੀ ਸ਼ਾਊਟਸ ਦੇ ਟਾਈਪ ਹੀ ਹੈ। ਕਰਾਈ ਸਪੀਕ ਵਾਈਲ ਕਰਾਈਂਗ, ਨਾਲੇ ਆਪਾਂ ਰੋਈ ਜਾਂਦੇ ਨਾਲੇ ਬੋਲੀ ਜਾਂਦੇ ਆ। ਇੱਕ ਕਰਾਈ ਉੱਚੀ ਉੱਚੀ ਰੋਣਾ, ਖੜਦੂ ਪਾਉਣਾ ਆਪਾਂ ਸ਼ਾਊਟਿੰਗ ਕਰ ਰਿਹਾ ਵੀ ਇਹਨਾਂ ਦਾ। ਵਾਈਨ ਕਿਹਦਾ ਕੰਪਲੇਨ ਸੈਡ ਵੋਇਸ, ਆਪਾਂ ਇੱਕ ਉਦਾਸੀ ਜੀ ਆਵਾਜ਼ ਵਿੱਚ ਕੰਪਲੇਨ ਕਰਦੇ ਹਾਂ, ਸ਼ਿਕਾਇਤ ਲਗਾਉਂਦੇ ਹਾਂ। ਇਨਫੋਰਮ ਮਤਲਬ ਆਪਾਂ ਕਹਿੰਦੇ ਇਨਫੋਰਮ ਕਰਦੇ ਹਾਂ, ਟੈਲ ਦੱਸਣਾ ਕਿਸੇ ਚੀਜ਼ ਨੂੰ। ਹੋਲ ਮਤਲਬ ਕਰਾਈ ਆਊਟ ਇਨ ਹੋਲ, ਆਪਾਂ ਕਹਿੰਦੇ ਤੇਰੇ ਕੀ ਹੋਲ ਪਿਆ, ਕੋਈ ਕੀ ਗੱਲ ਹੋਈ ਹੈ, ਆਪਾਂ ਉਦੋਂ ਰੋਂਦੇ ਕੁਝ ਗੱਲਾਂ ਆਪਣੇ ਦਰਦ ਲਈ, ਠੀਕ ਹੈ, ਕੁਝ ਬੋਲਦੇ ਹਾਂ। ਜਾਂ ਐਕਸਪਲੇਨ ਮਤਲਬ ਕੋਈ ਡਿਟੇਲ ਦਿਓ ਆਪਣੀ, ਐਕਸਪਲੇਨ ਦਿਸ ਕੁਐਸਚਨ, ਠੀਕ ਹੈ। ਅਲੈਬੋਰੇਟ ਐਕਸਪਲੇਨ ਇਨ ਡਿਟੇਲ, ਕਿ ਇਲੈਬੋਰੇਟ ਕਰੋ ਇਸ ਚੀਜ਼ ਨੂੰ, ਠੀਕ ਹੈ। ਜਿਵੇਂ ਇੱਕ ਨੋਟ ਹੁੰਦਾ, ਇੱਕ ਬਰੀਫ ਹੁੰਦਾ ਗਾ। ਇੱਕ ਮੁਰਮਰ, ਜਿਵੇਂ ਆਪਾਂ ਕਿਸੇ ਨੂੰ ਕੁਐਸਚਨ ਪੁੱਟ ਕਰ ਲੈਣੇ ਆ, ਤਾਂ ਕਿ ਇਹ ਬੋਲਦਾ ਵਿੱਚ ਥੋੜੀ ਫਿਰ ਆਵਾਜ਼ ਹੌਲੀ ਹੌਲੀ ਆਉਂਦੀ ਹੈ, ਕਲੀਅਰਲੀ ਵੀ ਨਹੀਂ ਆਉਂਦੀ, ਉਹ ਕੀ ਇੱਕ ਮੁਰਮਰ ਆਪਾਂ ਕਹਿੰਦੇ ਮੁਰਮਰ ਜਿਹਾ ਕਰੀ ਜਾਂਦਾ ਗਾ, ਚੰਗੀ ਤਰ੍ਹਾਂ ਬੋਲ। ਸ਼ਾਇਦ ਮਤਲਬ ਬਰੀਥ ਹੈਵਲੀ ਟੂ ਸ਼ੋ ਡਿਸਅਪਾਇੰਟਮੈਂਟ, ਡਿਸਅਪਾਇੰਟਮੈਂਟ ਮਤਲਬ ਨਿਰਾਸ਼, ਠੀਕ ਹੈ। ਜਿਹੜਾ ਕਿ ਨਿਰਾਸ਼ ਸ਼ੋ ਕਰਿਆ ਮੈਂ ਗੁੱਸੇ 'ਚ ਆਪਾਂ ਨਿਰਾਸ਼ ਹਾਂ ਕਿਸੇ ਚੀਜ਼ ਨੂੰ ਲੈ ਕੇ, ਤਾਂ ਆਪਾਂ ਸ਼ਾਇਦ ਬੋਲਦੇ ਹਾਂ। ਰਿਪੋਰਟ ਜਿਹੜਾ ਕਿ ਇੱਕ ਤੁਹਾਨੂੰ ਐਕਸਪਲੇਨ ਕਰੇ, ਰਿਪੋਰਟ ਤੋਂ ਵੀ ਆਉਂਦੀ, ਜਿਵੇਂ ਐਕਸਪਲੇਨ ਸਮਥਿੰਗ ਇਨ ਫਾਰਮਲ ਸੈਟਿੰਗ, ਜਿਵੇਂ ਤੁਹਾਡੀ ਰਿਪੋਰਟ ਕਾਰਡ ਹੁੰਦਾ ਗਾ, ਠੀਕ ਹੈ। ਤੁਹਾਨੂੰ ਰਿਪੋਰਟ ਕਾਰਡ ਕਦੋਂ ਮਿਲਦਾ ਗਾ, ਜੋ ਤੁਸੀਂ ਪਾਸ ਕਰ ਦੇਣਾ ਕਿਸੇ ਚੀਜ਼ ਨੂੰ, ਠੀਕ ਹੈ। ਤਾਂ ਤੁਹਾਡੀ ਰਿਪੋਰਟਿੰਗ ਮਿਲਦੀ ਹੈ ਕਿ ਕਿੰਨਾ ਕੁ ਪੜ੍ਹਦਾ ਹੈਗਾ, ਕੀ ਹੈ, ਉਹ ਐਕਸਪਲੇਨ ਕਰਦਾ ਕੁਝ ਫਾਰਮਲ ਸੈਟਿੰਗ ਦੇ ਵਿੱਚ। ਫਾਰਮਲ ਸੈਟਿੰਗ ਮਤਲਬ ਕਿ ਤੁਹਾਡਾ ਇੱਕ ਵੇ ਨਾਲ, ਤਰੀਕੇ ਨਾਲ, ਕਿ ਤੁਹਾਨੂੰ ਇੱਕ ਉਹ ਕੀਤਾ ਗਿਆ ਜੀ, ਕੀ ਹੈ, ਅਵੈਲੂਏਸ਼ਨ ਕੀਤੀ ਗਈ ਹੈ, ਤੁਹਾਡਾ ਮੁਲਾਂਕਣ ਕੀਤਾ ਗਿਆ। ਪ੍ਰੇ ਮਤਲਬ ਆਪਾਂ ਗੋਡ ਨੂੰ ਪ੍ਰੇ ਕਰਦੇ ਹਾਂ, ਠੀਕ ਹੈ, ਕੁਝ ਕਹਿੰਦੇ ਹਾਂ ਆਪਾਂ। ਅਨਾਊਂਸ ਮਤਲਬ ਗਿਵ ਇਨਫੋਰਮੇਸ਼ਨ ਟੂ ਮੈਨੀ ਪੀਪਲਸ, ਆਪਾਂ ਕਹਿੰਦੇ ਅਨਾਊਂਸਮੈਂਟ ਹੋਈ ਜਾਂਦੀ ਹੈਗੀ, ਅਨਾਊਂਸ ਕਰ ਰਹੇ ਆਪਾਂ ਆਡੀਅੰਸ ਨੂੰ, ਠੀਕ, ਕੁਝ ਦੱਸ ਰਹੇ ਹੈਗੇ। ਸਟੇਟ ਸੇ ਸਮਥਿੰਗ ਫਰਮਲੀ, ਆਪਾਂ ਨੇ ਸਟੇਟਲੀ ਬੋਲ ਯਾਰ, ਜਿਹੜੀ ਗੱਲ ਕਹਿੰਦੇ ਸਿੱਧੀ ਸਹੀ ਢੰਗ ਨਾਲ ਫਰਮਲੀ ਬੋਲ, ਠੀਕ ਹੈ। ਡਿਕਲੇਅਰ ਮਤਲਬ ਸਟੇਟ, ਇਹ ਵੀ ਡਿਕਲੇਅਰ ਕਿਹਾ ਆਪਾਂ, ਡਿਕਲੇਅਰ ਕਰ ਰਹੇ ਚੀਜ਼ ਨੂੰ। ਰੋਰ ਗਿਆ ਸਾਊਟ ਜਾਂ ਸਪੀਕ ਲਾਊਡਲੀ, ਇਹ ਵੀ ਉੱਚੀ ਦੇ ਨਾਲ ਬੋਲਣਾ। ਪ੍ਰੋਮਿਸ ਆਪਾਂ ਕਿਸੇ ਨਾਲ ਕਮਿਟਮੈਂਟ ਕਰਦੇ ਹਾਂ, ਪਹਿਲਾਂ ਤੇਰੀ ਕਮਿਟਮੈਂਟ ਯਾਰ ਵਾਅਦਾ ਕੀਤਾ ਸੀ, ਜਵਾਨ ਸੀ ਤੇਰੀ, ਬੋਲਣ 'ਚ ਪੰਜਾਬੀ 'ਚ ਬੋਲਦੇ ਜਵਾਨ ਹੈ ਤੇਰੀ ਕੋਈ, ਠੀਕ ਹੈ। ਤਾਂ ਉੱਥੇ ਕਮਿਟਮੈਂਟ ਹੋਣੀ ਜ਼ਰੂਰੀ ਹੈ ਤੁਹਾਡੀ। ਕਮਿਟ ਟੂ ਡੂਇੰਗ ਸਮਥਿੰਗ, ਕਿਸੇ ਚੀਜ਼ ਨੂੰ ਕਰਨ ਵਾਸਤੇ, ਕੀ ਤੁਹਾਡਾ ਪ੍ਰੋਮਿਸ ਵਾਅਦਾ। ਨਰੇਟ ਆਪਾਂ ਜਦੋਂ ਵੀ ਆਪਾਂ ਕਿਸੇ ਨੂੰ ਘਟਨਾ ਦੱਸਣੀ, ਆਪਣੀ ਸਟੋਰੀ, ਠੀਕ ਹੈ, ਕੋਈ ਲੂੰਬੜੀ ਦੱਸਣੀ ਹੈ, ਕਿਸੇ ਚੀਜ਼ ਦੀ ਘਟਨਾ ਹੋਈ ਆਪਣੇ ਨਾਲ, ਉੱਥੇ ਆਪਾਂ ਨਰੇਟ ਕਰਨੀ ਹੈ ਜਿਹੜੀ, ਉਹ ਹਮੇਸ਼ਾ ਪਾਸਟ ਦੇ ਵਿੱਚ ਹੀ ਕਰਦੇ ਆਪਾਂ, ਠੀਕ ਹੈ। ਜਿਵੇਂ ਮੈਂ ਦਿੱਲੀ ਗਿਆ ਸੀ, ਮੈਂ ਉੱਥੇ ਨਹੀਂ ਕਹੂੰਗਾ ਆਈ ਗੋ ਟੂ ਦਿੱਲੀ, ਉੱਥੇ ਆਪਾਂ ਕੀ ਕਹੂੰਗਾ ਆਈ ਵੈਂਟ। ਤਾਂ ਤੁਹਾਨੂੰ ਹਮੇਸ਼ਾ ਹਰ ਇੱਕ ਸੈਂਟੈਂਸ ਕੀ 'ਚ ਮਿਲੂਗਾ ਜੀ, ਪਾਸਟ ਦੇ ਵਿੱਚ ਨਜ਼ਰ ਆਊਗਾ। ਤਾਂ ਨਰੇਟ ਜਿਹੜਾ ਸਟੋਰੀ ਹੈ ਉਹ ਕੀ 'ਚ ਹੋਊਗੀ, ਹਮੇਸ਼ਾ ਜੀ ਪਾਸਟ ਦੇ ਵਿੱਚ ਹੋਊਗੀ। ਜੋ ਚੀਜ਼ ਆਪਾਂ ਦੱਸਣੀ ਹੈ, ਜਿਹੜੀ ਚੀਜ਼ ਹੋਊਗੀ ਉਹਨੂੰ ਹਮੇਸ਼ਾ ਨਰੇਟ ਕਰਦੇ ਆ, ਜਿਹੜੀ ਸਟੋਰੀ ਨੂੰ ਆਪਾਂ ਕੀ ਕਰਦੇ ਹਾਂ, ਨਰੇਟ ਸੁਣਾਉਂਦੇ ਹਾਂ। ਚੈਂਟ ਦਾ ਮਤਲਬ ਸਪੀਕ ਇਨ ਰੈਥਮਿਕ ਸਿੰਗਿੰਗ ਮੈਨਰ, ਆਪਾਂ ਗੁਣਗੁਣਾਉਂਦੇ ਜਾਂ ਉਹਨੂੰ ਉਹਦਾ ਚੈਂਟਸ, ਠੀਕ ਹੈ, ਮਿਊਜ਼ਿਕ ਟਾਈਪ ਲੈ ਕੇ ਆਪਣੇ ਸੁਰ। ਇੱਕ ਚੀਜ਼ ਦਿਖਾ ਦਿੰਦੇ ਹਾਂ,
ਦੇਖੋ ਜੀ ਤੁਹਾਨੂੰ ਇੱਕ ਸੈਸ਼ਨ ਵੀ ਹੈਗਾ, ਠੀਕ ਹੈ ਜੀ, ਨਰੇਟ ਸਟੋਰੀ। ਕਹਿੰਦੇ ਕਿ ਤੁਸੀਂ ਪਹਿਲਾਂ ਕਦੇ ਕੋਈ ਕਹਾਣੀ ਜਿਹੜੀ ਸੁਣਾਈ ਹੈ ਸ਼ਾਇਦ ਕਈ ਵਾਰੀ, ਉਹ ਕਿਹੜੀ ਗੱਲ ਹੈ ਜੋ ਤੁਸੀਂ ਕਹਾਣੀ ਸੁਣਾਉਣ ਵੇਲੇ ਸਭ ਤੋਂ ਵੱਧ ਪਸੰਦ ਕਰਦੇ ਹੋ, ਠੀਕ ਹੈ। ਰੁਕਾਵਟਾਂ ਵੀ ਆਉਂਦੀਆਂ, ਤੁਹਾਨੂੰ ਇੰਟੈਂਸ਼ਨ ਵੀ ਆਉਂਦੀਆਂ ਨੇ, ਕੁਝ ਗੱਲਾਂ ਵੀ ਕਰਦੇ ਆਪਾਂ, ਤਾਂ ਇਹ ਜਿਹੜੀ ਚੀਜ਼ ਹੈ ਸਾਰੀ ਕੀ 'ਚ ਹੋਊਗੀ, ਹਮੇਸ਼ਾ ਪਾਸਟ 'ਚ ਹੋਊਗੀ। ਤੁਹਾਨੂੰ ਦਿਖਾ ਵੀ ਇਹਨਾਂ ਨੀਚੇ ਸਧਾਰਨ ਪਾਸਟ ਟੈਂਸ, ਠੀਕ ਹੈ, ਕਿ ਤੁਸੀਂ ਕਿਵੇਂ ਭੂਤਕਾਲ ਦੀ ਵਰਤੋਂ ਕਰੋਗੇ, ਇੱਕ ਸਿੰਪਲ ਪਾਸਟ ਟੈਂਸ ਦੀ ਕਿਵੇਂ ਵਰਤੋਂ ਕਰੋਗੇ, ਉਸ ਤਰ੍ਹਾਂ ਇਹਨਾਂ ਨੇ ਵਾਕ ਦਿੱਤੇ ਹੋਏ ਨੇ। ਤੇ ਕਿਉਂ ਦਿੱਤੇ ਨੇ? ਕਿਉਂਕਿ ਆਪਣੇ ਜਿਹੜੀ ਨਰੇਟ ਕਰਨੀ ਹੈ ਸਟੋਰੀ, ਉਹ ਹਮੇਸ਼ਾ ਪਾਸਟ ਦੇ ਵਿੱਚ ਹੀ ਕਰਨੀ, ਠੀਕ ਹੈ। ਇਸ ਕਰਕੇ ਇਹਨਾਂ ਨੇ ਐਕਸਰਸਾਈਜ਼ ਹੀ ਇੱਕ ਪਾਸਟ ਟੈਂਸ ਦਿੱਤੀ ਹੋਈ ਹੈ, ਠੀਕ ਹੈ। ਸੈਸ਼ਨ ਆਪਾਂ ਕਰ ਲਾਂਗੇ ਇਹ। ਤਾਂ ਜਿਹੜਾ ਸੈਕਿੰਡ ਵਰਬ ਦੀ ਫਾਰਮ ਹੁੰਦੀ ਹੈ ਹਮੇਸ਼ਾ ਧਿਆਨ 'ਚ ਰੱਖਿਓ, ਇਹ ਤੁਹਾਨੂੰ ਜਿਹੜੇ ਟੈਂਸ ਨੇ ਤੁਹਾਨੂੰ ਆਉਣੇ ਜ਼ਰੂਰੀ ਨੇ। ਪਹਿਲਾਂ ਤਾਂ ਕਿਸੇ ਵੀ ਸੈਂਟੈਂਸ ਨੂੰ ਬਣਾਉਣ ਵਾਸਤੇ ਤੁਹਾਨੂੰ ਕੀ ਜ਼ਰੂਰੀ ਹੈ ਜੀ? ਪਹਿਚਾਣ ਜ਼ਰੂਰੀ ਹੈ, ਤੇ ਇਸ ਦੇ ਨਾਲ ਕੀ ਤੁਹਾਨੂੰ ਵਰਬ ਦੀ ਫਾਰਮ ਤੋਂ ਆਇਡੈਂਟੀਫਾਈ ਹੋਊਗਾ ਕਿ ਇਹ ਟੈਂਸ ਕਿਹੜੀ ਫਾਰਮ ਦੇ ਵਿੱਚ ਹੈ, ਠੀਕ ਹੈ।